ਬਈ ਬਠਿੰਡਾ ਟੂ ਬਰੈਂਪਟਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ, ਗੁੱਡ ਈਵਨਿੰਗ, ਮਾਰਨਿੰਗ, ਨਾਈਟ ਤੇ ਬੋਜੋ ਓਲਾ ਅਸੀਂ ਕੋਸ਼ਿਸ਼ ਕਰੀ ਦੀ ਆ ਵੀ ਇੱਕ ਦੋ ਭਾਸ਼ਾ ਨਾਲ ਹੋਰ ਤੁਹਾਨੂੰ ਜੋੜ ਦਈਏ। ਹਾਂਜੀ, ਮੈਂ ਦੱਸਿਆ ਵੀ ਸਾਰਾ ਕਰਦੇ ਤੋਂ ਪਹਿਲਾਂ ਕਿ ਮੈਂ ਕਹਿੰਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਵੈਸੇ ਨਜ਼ਾਰਾ ਸਤਿ ਸ੍ਰੀ ਅਕਾਲ ਤੋਂ ਬਗੈਰ ਆਉਂਦਾ ਨਹੀਂ, ਜੋ ਮਰਜ਼ੀ ਤੁਸੀਂ ਬੋਲ ਲਓ। ਜਦੋਂ ਸਤਿ ਸ੍ਰੀ ਅਕਾਲ ਹੋ ਜਾਵੇ ਨਾ ਫਿਰ ਬੰਦੇ ਨੂੰ ਕਹਿੰਦੇ ਸਤਿ ਸ੍ਰੀ ਅਕਾਲ ਨਾਲ ਸਾਰੇ ਬੰਦੇ ਨੂੰ ਖੁਸ਼ੀ ਦਿੰਦੀ ਹੈ। ਬਿਲਕੁਲ। ਕਈ ਲੋਕਾਂ ਤੋਂ ਖੁਸ਼ੀ ਦੇ ਜੇ ਤੁਸੀਂ ਮਿਲਦੇ ਹੋ, ਬੰਦਾ ਆ ਰਿਹਾ ਉਹ ਕਹਿੰਦਾ ਬੰਦਾ ਬੜਾ ਚੰਗਾ ਬੰਦਾ ਆਇਆ, ਉਹ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਤੇ ਕਈ ਬੰਦੇ ਹੁੰਦੇ ਆ ਚੰਗੇ ਨਹੀਂ ਹੁੰਦੇ, ਉਹ ਬੰਦੇ ਹੁੰਦੇ ਨੀਤ ਦੇ ਵੀ ਮਾੜੇ ਤੇ ਸੁਭਾਅ ਦੇ ਵੀ ਮਾੜੇ, ਤੇ ਉਹ ਜਦੋਂ ਜਾਣ ਲੱਗੇ ਬੁਲਾਉਂਦੇ ਆ ਜੀ ਸਤਿ ਸ੍ਰੀ ਅਕਾਲ, ਉਹ ਜਾਓ ਜੀ ਜਾਓ ਸਤਿ ਸ੍ਰੀ ਅਕਾਲ, ਉਦੋਂ ਖੁਸ਼ੀ ਹੁੰਦੀ ਆ। ਬਿਲਕੁਲ ਜੀ ਬਿਲਕੁਲ। ਤੇ ਇਸ ਲਈ ਹੁਣ ਨਾ ਜਿਹੜਾ ਜ਼ਮਾਨਾ ਆ ਠੁਣੀਆ ਰਾਮ ਜੀ, ਇਹ ਬੜਾ ਬਦਲ ਗਿਆ। ਦੇਖੋ ਜੀ ਜ਼ਮਾਨਾ ਬਦਲ ਗਿਆ। ਪਹਿਲਾਂ ਹੁੰਦੀ ਸੀ ਇੱਕ ਗੁੱਤ, ਫਿਰ ਹੋਈਆਂ ਦੋ ਗੁੱਤਾਂ, ਗੁੱਤਾਂ ਦਾ ਮੌਸਮ ਬਦਲ ਗਿਆ, ਫਿਰ ਆਈਆਂ ਜੂੜੇ ਦੀਆਂ ਰੁੱਤਾਂ, ਜ਼ਮਾਨਾ ਬਦਲ ਗਿਆ। ਕੋਈ ਨਾ ਸਮਾਂ ਸੀ ਥੱਲੇ ਉੱਪਰ ਨੂੰ ਦੇਖਦੇ ਸੀ, ਉਹ ਤਾਰੇ ਆ, ਚੰਦ ਆ, ਸੂਰਜ ਆ, ਤੇ ਹੁਣ ਕਹਿੰਦੇ ਸਮਾਂ ਆ। ਜੈਫ ਬੇਜ਼ੋਸ ਅੱਜ ਗਿਆ, ਟਿਊਜ਼ਡੇ ਆਪਾਂ ਰਿਕਾਰਡ ਕਰ ਰਹੇ ਹਾਂ, ਔਰ ਪਿਛਲੇ ਹਫ਼ਤੇ 11 ਜੁਲਾਈ ਨੂੰ ਗਿਆ ਸੀਗਾ ਰਿਚਰਡ ਬ੍ਰਾਂਸਨ, ਅਨਦਰ ਬਿਲੀਅਨੇਅਰ ਫਰਮ ਯੂਨਾਈਟਿਡ UK, ਤੇ ਉਹ ਕਹਿੰਦੇ ਅਸੀਂ ਉੱਪਰੋਂ ਥੱਲੇ ਨੂੰ ਦੇਖਿਆ ਵੀ ਧਰਤੀ ਉਹ ਹੈ। ਦੇਖੋ ਜੀ, ਜਦੋਂ ਆਪਾਂ ਜਹਾਜ਼ 'ਚ ਆਈਦਾ ਉੱਪਰੋਂ ਸ਼ਹਿਰ ਦੇਖਣੇ ਕਿੰਨੇ ਸੋਹਣੇ ਲੱਗਦੇ ਆ, ਔਰ ਇੰਨੀ ਉੱਪਰ ਜਾ ਕੇ ਘੱਟੋ ਘੱਟ 10 ਕਿਲੋਮੀਟਰ ਉੱਪਰ ਗਏ ਆ ਸਿੱਧਾ ਏਦਾਂ। ਅੱਜ ਜਿਹੜੇ ਇਹ ਗਏ ਨੇ ਇਹ 100 ਕਿਲੋਮੀਟਰ ਗਏ ਨੇ। 100 ਕਿਲੋਮੀਟਰ, ਸੌਰੀ 80 ਤੋਂ ਉੱਪਰ ਗਏ, 90 ਦੇ ਲਾਗੇ ਸ਼ਾਗੇ ਜੀ। ਬਿਲਕੁਲ 100 ਕਿਲੋਮੀਟਰ ਜਿਹੜਾ ਆ ਬਲੂ ਓਰੀਜਨ, ਜਿਹੜਾ ਜੈਫ ਬੇਜ਼ੋ ਦਾ ਜਿਹੜਾ ਆਪਣੇ ਐਮਾਜ਼ੋਨ ਵਾਲੇ ਦਾ ਗਿਆ ਆ, ਤੇ ਜਿਹੜਾ ਪਹਿਲੋਂ ਗਿਆ ਸੀ 11 ਜੁਲਾਈ ਨੂੰ, ਉਹ ਗਿਆ ਸੀ ਰਿਚਰਡ ਬ੍ਰਾਂਸਨ 86 ਕਿਲੋਮੀਟਰ। ਵਾਹ ਜੀ ਵਾਹ। ਵਰਜਨ ਗੈਲੈਕਟਿਕਸ ਉੱਤੋਂ ਜਦੋਂ ਦਿਖਦਾ ਨਾ ਬਲੂ ਪਲੈਨਟ, ਕਹਿੰਦੇ ਬਹੁਤ ਵਧੀਆ ਲੱਗਦਾ। ਜੋ ਮਰਜ਼ੀ ਆ ਕਹਦੇ, ਆਪਾਂ ਕਿਹੜਾ ਦੇਖਿਆ। ਔਰ ਠੁਣੀਆ ਰਾਮ ਜੀ, ਇਹ ਜਿਹੜੇ ਜਾਂਦੇ ਨੇ, ਕਿਉਂਕਿ ਇਹ ਬਿਲਕੁਲ ਐਜ ਤੇ ਜਾਂਦੇ ਨੇ, ਸਪੇਸ ਵਿੱਚ ਦਾਖਲ ਨਹੀਂ ਹੁੰਦੇ, ਤੇ ਇਹ ਐਜ ਤੇ ਜਾਂਦੇ ਆ। ਐਜ ਤੇ ਜਿਸ ਲਈ ਜਾਂਦੇ ਆ ਉਹ ਉਹਦਾ ਕਿ ਗ੍ਰੇ ਏਰੀਆ ਆ। ਹੁਣ ਕਹਿ ਦਿੰਦੇ ਸਪੇਸ ਤੋਂ ਆਇਆ ਐਸਟਰੋਨੌਟਸ ਦਾ ਨਾਮ ਦਿੱਤਾ ਜਾਂਦਾ, ਕਿਉਂਕਿ ਜਿਹੜਾ ਸਰਟਨ ਉਚਾਈ ਤੋਂ ਉੱਪਰ ਜਾਂਦਾ ਉਹ ਕਹਿੰਦੇ ਐਸਟਰੋਨੌਟ ਹੈ। ਬਿਲਕੁਲ। ਤੇ ਪਰ ਹੁਣ ਉਹ ਕਹਿੰਦੇ ਇਹਨੂੰ ਸੋਧਣਾ ਪੈਣਾ, ਕਿਉਂਕਿ ਇਹਦੇ ਵਿੱਚ ਤਾਂ ਬਹੁਤ ਸਾਰੇ ਲੋਕਾਂ ਨੇ ਜਾਣ ਲੱਗ ਪੈਣਾ। $2.5 ਲੱਖ ਦੀ ਕੀਮਤ ਹੈ ਜੇ ਕਿਸੇ ਨੇ ਜਾਣਾ ਹੋਵੇ। ਜਿਨ੍ਹਾਂ ਕੋਲ ਪੈਸੇ ਆ ਉਹਨਾਂ ਲਈ $2.5 ਲੱਖ ਕੀ ਆ, ਔਰ 10 ਮਿੰਟਾਂ 'ਚ ਵਾਪਸ ਆ ਜਾਂਦਾ ਬੰਦਾ। ਔਰ ਸਭ ਤੋਂ ਵਧੀਆ ਗੱਲ ਇਹ ਆ ਵੀ ਇਹ ਜਿਹੜਾ ਰਾਕਟ ਆ, ਇਹ ਸਰਵਿਸ ਬਾਰ-ਬਾਰ ਦੇ ਸਕਦਾ। ਅੱਗੇ ਤਾਂ ਰਾਕਟ ਹੁੰਦਾ ਸੀ ਨਾ, ਇੱਕ ਵਾਰ ਚੜਿਆ ਮੁੜ ਕੇ ਖਤਮ ਹੋ ਗਿਆ। ਹਾਂਜੀ, ਇਹ ਜਾ ਕੇ ਵਾਪਸ ਆ ਕੇ ਫੇਰ ਜਾਊਗਾ, ਕਿਉਂਕਿ ਜਦੋਂ ਉੱਪਰ ਸਪੇਸ ਦੇ ਵਿੱਚ ਦਾਖਲ ਹੁੰਦੇ ਆ, ਜਦੋਂ ਦੋਨਾਂ ਚੀਜ਼ਾਂ ਦਾ ਆਪੋ ਵਿੱਚ ਹੀ ਮੇਲ ਹੁੰਦਾ, ਕਹਿੰਦੇ ਉੱਥੇ ਬਹੁਤ ਜ਼ਿਆਦਾ ਟਰਬੂਲੈਂਸ ਹੈ। ਵੇਖੋ ਨਾ, ਆ ਗਏ ਸੀਗੇ ਤੇ ਆ ਗਏ ਵਾਪਸ, 4 ਜਾਣੇ ਗਏ ਸੀਗੇ। ਹੈ ਬਿਲਕੁਲ। ਜੈਫ ਬੇਜ਼ੋਸ, ਉਹਦਾ ਬ੍ਰਦਰ, ਔਰ 18 ਸਾਲ ਦੀ ਉਮਰ ਦਾ ਬੱਚਾ, ਔਰ 82 ਸਾਲ ਦੀ ਉਮਰ ਦੀ ਲੜਕੀ। ਵੇਖੋ ਜੀ, ਦੁਨੀਆ ਕਿਤੇ ਦੀ ਕਿਤੇ ਪਹੁੰਚ ਗਈ। ਕੀ ਗੱਲਬਾਤ ਚੱਲ ਰਹੀ ਆ, ਕਿੰਨੀਆਂ ਤਰੱਕੀਆਂ ਹੋ ਰਹੀਆਂ। ਸਾਡੇ ਤਾਂ ਹਜੇ ਇਹੀ ਨਹੀਂ ਫੈਸਲਾ ਹੋ ਰਿਹਾ, ਗਊ ਮੂਤਰ ਪੀਣਾ ਕਿ ਬੈਲ ਮੂਤਰ ਪੀਣਾ, ਇਹਦਾ ਪਿਸ਼ਾਬ ਪੀਣਾ। ਪਰ ਜਿਹੜੀ ਵਾਲੀ ਫੰਕ ਹੈ ਨਾ, ਉਹ 82 ਸਾਲ ਦੀ ਹੈ। ਉਹ ਸਭ ਤੋਂ ਪਹਿਲਾਂ ਜਿਸ ਵੇਲੇ ਐਸਟਰੋਨੌਟਸ ਉੱਪਰ ਜਾਣੇ ਸ਼ੁਰੂ ਹੋਏ ਨੇ, ਉਹਦੇ ਵਿੱਚ ਉਹ ਕੁਆਲੀਫਾਈ ਕਰਦੀ ਸੀ। ਅੱਛਾ। ਉਹ ਸਮਾਂ ਸੀ ਜਦੋਂ ਉਹ ਜਾ ਸਕਦੀ ਸੀ। ਉਹਨੇ ਜੋ ਵੀ ਟੈਸਟ ਹੁੰਦੇ ਨੇ ਸਾਰਿਆਂ ਦੇ ਵਿੱਚ ਉਹ ਵਧੀਆ ਰਹੀ। ਇਹਦੇ ਤੋਂ ਘੱਟ ਨੰਬਰਾਂ ਵਾਲੇ ਬੰਦੇ ਨੂੰ ਲੈ ਗਏ, ਇਹਨੂੰ ਇਸ ਲਈ ਨਹੀਂ ਲੈ ਗਏ ਕਿ ਔਰਤ ਹੈ। ਵਾਹ ਜੀ, ਫੀਮੇਲ ਹੈ। ਹੋ ਸਕਦਾ ਕੋਈ ਬਾਡੀ ਦਾ ਤੁਹਾਡੇ ਦਾ ਇੱਦਾਂ ਇਹੋ ਜਿਹੀ ਕੋਈ ਗੱਲਬਾਤ ਹੋਵੇ, ਐਸਟਰੋਨੌਟਾਂ ਨੂੰ ਪਤਾ ਹੋਵੇ ਵੀ ਇਹ ਚੱਲ ਸਕਦੀ ਹੈ ਜਾਂ ਨਹੀਂ ਚੱਲ ਸਕਦੀ। ਨਹੀਂ, ਉਹ ਚੱਲ ਕੇ ਹੀ ਉਹਨੇ ਟੈਸਟ ਪਾਸ ਕੀਤੇ ਸੀ। ਅੱਛਾ। ਪਰ ਉਹਨਾਂ ਸਮਿਆਂ ਦੇ ਵਿੱਚ ਔਰਤ ਨੂੰ ਬਰਾਬਰਤਾ ਅਮਰੀਕਾ ਦੇ ਵਿੱਚ ਵੀ ਨਹੀਂ ਸੀ ਮਿਲਦੀ। ਨਹੀਂ ਮਿਲਦੀ ਸੀਗੀ ਜੀ, ਨਹੀਂ ਮਿਲਦੀ ਸੀਗੀ। ਆਹ ਤਾਂ ਹੁਣ ਜਨਾਨੀਆਂ ਨੇ ਰੌਲਾ ਰੂਲਾ ਪਾ ਕੇ ਤਨਖਾਹਾਂ ਬਰਾਬਰ ਕੀਤੀਆਂ, ਜੌਬਾਂ ਬਰਾਬਰ ਕੀਤੀਆਂ, ਲੋਹਾ ਮਨਵਾਇਆ। ਬਿਲਕੁਲ। ਔਰ ਕਿਉਂਕਿ ਇਹ ਬੜੀਆਂ ਮਿਹਨਤ ਕਸ਼ ਜਿਹੜੇ ਲੋਕ ਹੁੰਦੇ ਨੇ ਉਹ ਅੱਗੇ ਵੱਧਦੇ ਨੇ। ਪਰ ਸਾਡੇ ਮੁਲਕ ਹੀ ਦੇਖ ਲਓ, ਜਦੋਂ ਇਹਨੂੰ ਰੋਕਿਆ ਗਿਆ ਸੀ ਉਦੋਂ ਸਾਡੇ ਮੁਲਕ 'ਚ ਪ੍ਰਾਈਮ ਮਿਨਿਸਟਰ ਬਣ ਜਾਂਦੀ ਸੀ ਔਰਤ। ਤੇ ਅੱਜ ਔਰਤ ਦਾ ਬਾਹਰ ਨਿਕਲਣਾ ਔਖਾ ਹੋਇਆ। ਹੱਦ ਹੋ ਗਈ। ਵੈਸੇ ਨਾ ਸਾਡੇ ਜਿਹੜੇ ਲੋਕ ਨੇ ਨਾ ਦੱਸਦੇ ਨੇ ਕਿ ਇੰਡੀਆ ਦੇ ਜਿਹੜੇ ਹਾਲਾਤ ਹੋ ਗਏ ਨੇ, ਵੈਸੇ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਔਰਤ ਜਿਹੜੀ ਅਨਸੇਫ ਹੈ
ਹਰੇਕ ਪੂਰੀ ਦੁਨੀਆ 'ਚ ਜੇ ਔਰਤ ਕਿਤੇ ਅਨਸੇਫ ਆ ਤਾਂ ਇਹ ਸਰਵੇ ਆਇਆ ਉਹ ਹਿੰਦੁਸਤਾਨ ਵਿੱਚ ਹੈ, ਇੰਡੀਆ ਵਿੱਚ ਹੈ। ਔਰ ਕਿੰਨੇ ਦੇਖੋ ਜੀ, ਇਹ ਸ਼ਰਮ ਦੀ ਗੱਲ ਆ। ਔਰ ਮੈਂ ਤਾਂ ਕਹਿੰਦਾ ਕਈ ਵਾਰ ਜਿਹੜੇ ਨਾ ਯੂਰਪੀਅਨ ਦੇਸ਼ ਵਾ ਜਾਂ ਨਾਰਥ ਅਮਰੀਕਨ ਕੰਟਰੀਆਂ ਜਿਹੜੀਆਂ ਅਗਾਂਹ ਵਧੂ ਕੰਟਰੀਆਂ ਨੇ, ਇਹਨਾਂ ਦਾ ਜਿਹੜਾ ਨਾ ਕਰਨਾ ਆਪਣੇ ਮੁਲਕ ਨਾਲ ਉਹ ਤੁਲਨਾ ਹੋ ਨਹੀਂ ਸਕਦੀ, ਤੁਲਨਾ ਹੋ ਹੀ ਨਹੀਂ ਸਕਦੀ। ਨਾ ਨਾ, ਉਹ ਤਾਂ ਜਿਹੜੀ ਨਾ ਐਪਲ ਟੂ ਐਪਲ ਕੰਪੇਅਰ ਹੋ ਸਕਦਾ। ਹੁਣ ਤੁਸੀਂ ਐਪਲ ਨੂੰ ਹਦਵਾਣੇ ਨਾਲ ਨਹੀਂ ਨਾ ਕੰਪੇਅਰ ਕਰ ਸਕਦੇ, ਮਤੀਰੇ ਨਾਲ। ਬਿਲਕੁਲ ਬਿਲਕੁਲ। ਤੇ ਇਸ ਲਈ ਇਹ ਜਿਹੜੀਆਂ ਚੀਜ਼ਾਂ ਨੇ, ਪਰ ਗੱਲ ਇਹ ਆ ਠੁਣੀਆ ਰਾਮ ਜੀ, ਜਿਹੜੇ ਸਾਡੇ ਵੇਖਣ ਵਾਲੇ ਨੇ ਉਹਨਾਂ ਨੂੰ ਅਗਰ ਅਸੀਂ ਦੱਸਾਂਗੇ ਨਹੀਂ ਤੇ ਫਿਰ ਪਤਾ ਕਿਵੇਂ ਲੱਗੂਗਾ? ਅਸੀਂ ਤਾਂ ਜੀ ਦੇਖੋ ਪੰਜਾਬ ਤੇ ਪੰਜਾਬੀਆਂ ਦੀ ਗੱਲ ਕਰਦੇ ਆ ਹਮੇਸ਼ਾ। ਮੈਂ ਅੱਜ ਦੱਸਣਾ ਚਾਹੁੰਦਾ ਹਾਂ, ਆਪਣੇ ਦਿਲੋਂ ਗੱਲ ਕਰਨੀ ਚਾਹੁੰਦਾ ਵੀ ਜੇ ਅਸੀਂ ਔਰਤ ਦੀ ਰਿਸਪੈਕਟ ਕਰਨੀ ਸ਼ੁਰੂ ਕਰ ਦਈਏ ਨਾ ਤੇ ਸਾਡਾ ਪੰਜਾਬ 5-10 ਸਾਲਾਂ 'ਚ ਕਿਤੇ ਦਾ ਕਿਤੇ ਜਾ ਸਕਦਾ। ਟਰੂ ਦਿਲੋਂ ਰਿਸਪੈਕਟ ਕਰੋ ਔਰਤ ਦੀ, ਭੈਣਾਂ ਵਾਂਗੂ, ਮਾਵਾਂ ਵਾਂਗੂ, ਤੇ ਦੇਖੋ ਕਿੱਦਾਂ ਫਰਕ ਪੈਂਦਾ ਆ। ਬਿਲਕੁਲ ਜੀ। ਜਿਹੜੇ ਲੋਕ ਰਿਸਪੈਕਟ ਕਰਦੇ ਨੇ, 2 ਬੰਦਿਆਂ ਤੇ ਵਿਆਹ ਨਹੀਂ ਕਰਾਇਆ, ਤੇ ਇੱਕ ਜਿਹੜਾ ਬਾਹਲੀ ਰਿਸਪੈਕਟ ਕਰਦਾ ਆਪਣਾ ਫੌਜੀ ਦੀ ਰਿਸਪੈਕਟ ਦੀ ਤਾਂ ਕਿਆ ਬਾਤ ਹੈ, ਉਹਨੇ 2 ਕਰਾ ਲਿਆ। हम अंग्रेजों के जमाने के फौजी हैं। ਪਰ ਫੌਜੀ ਦੇ ਦਿਨ ਤਾਂ ਮਾੜੇ ਸ਼ੁਰੂ ਹੋਏ। ਨਵਜੋਤ ਸਿੱਧੂ ਕਹਿੰਦੇ ਬਣ ਗਿਆ ਪ੍ਰਧਾਨ PPCC ਦਾ। ਵਾਹ ਜੀ ਵਾਹ। ਹਾਲੇ ਤਾਂ ਨਵਜੋਤ ਸਿੱਧੂ ਨੂੰ ਵਧਾਈਆਂ ਹੀ ਮਿਲੀ ਜਾਂਦੀਆਂ, ਹਜੇ ਉਹਨੂੰ ਹਜੇ ਪਤਾ ਨਹੀਂ ਲੱਗ ਰਿਹਾ ਕੀ ਕਰਾਂ ਕਿ ਕੀ ਨਾ ਕਰਾਂ। ਵੈਸੇ ਗਿਆ ਉਹ ਵੀ ਸਿੱਧਾ ਬੀਬੀ ਭੱਠਲ ਦੇ ਜਾ ਕੇ ਪੈਰੀ ਹੱਥ ਲਾਇਆ ਉਹ ਸਾਰਿਆਂ ਨਾਲੋਂ ਪਹਿਲਾਂ। ਅੱਛਾ, ਵੈਸੇ ਨਾ ਜਿਹੜੇ ਬੰਦੇ ਨਹੀਂ ਜਿੱਤਦੇ ਉਹਨਾਂ ਨੂੰ ਨਾਲ ਜੋੜੀ ਜਾਂਦਾ। ਮੈਨੂੰ ਇਹ ਲੱਗਦਾ ਉਹ ਕਹਿੰਦੇ ਹੁੰਦੇ ਨਾ ਕਿ ਕਮਲੀ ਦੇ ਮੁੰਡਾ ਹੋ ਗਿਆ ਤੇ ਉਹਨੇ ਖੜਾਈ ਮਾਰਤਾ। ਚਲੋ ਵੇਖਦੇ ਆ ਕੀ ਹੁੰਦਾ। ਇਹ ਗੱਲ ਇਹ ਆ ਪਈ ਨਵਜੋਤ ਸਿੱਧੂ ਤੇ ਹਲੇ ਵੀ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਕਹਿਣਾ ਕੁਝ ਆਸ ਕੀਤੀ ਜਾ ਸਕਦੀ ਆ। ਅੱਛਾ, ਮਹਾਰਾਜ ਭਲੀ ਕਰੇ, ਕੋ ਕੰਮਕਾਰ ਠੀਕ ਕਰੇ। ਹੁਣ ਸੋਨੀਆ ਨੇ ਵੀ ਕੁਝ ਸੋਚ ਸਮਝ ਕੇ ਉਹਨੂੰ ਪ੍ਰਧਾਨ ਬਣਾਇਆ ਹੋਏਗਾ। ਪਰ ਇੱਕ ਗੱਲ ਹੈ ਠੁਣੀਆ ਰਾਮ ਜੀ, ਜਿਹੜੇ ਕ੍ਰਿਕਟਰ ਨੇ ਆਮ ਤੌਰ ਤੇ ਜਦੋਂ ਖਬਰਾਂ ਆਉਂਦੀਆਂ ਨੇ ਵੀ ਇਹ ਜਿੰਨੇ ਅਗਲੇ ਕਹਿੰਦੇ ਰਨ ਬਣਾਓ ਉਹਨੇ ਬਣਾਉਂਦੇ ਆ, ਜਿੰਨੇ ਜੋ ਕਹਿੰਦੇ ਆਊਟ ਹੋ ਜਾਂਦੇ ਆ। ਤੇ ਜਿਹੜਾ ਬੰਦਾ ਇਹੋ ਜਿਹੇ ਹਿਸਾਬ ਦਾ, ਇਹੋ ਜਿਹੇ ਖਿਆਲਾਂ ਦਾ ਆ, ਕਿੰਨੀਆਂ ਆਸਾਂ ਰੱਖ ਸਕਦੇ ਨੇ ਪੰਜਾਬੀ? ਮੈਂ ਕਿਉਂਕਿ ਪੰਜਾਬੀਆਂ ਦੇ ਜਦੋਂ ਆਸਾਂ ਟੁੱਟਣੀਆਂ ਨੇ ਉਦੋਂ ਇਹਨਾਂ ਨੇ ਦੁਖੀ ਹੋਣਾ, ਕਹਿਣਾ ਵੀ ਸਾਡੇ ਕੋਲ ਉਦੋਂ ਫਿਰ ਗਲਤੀ ਹੋ ਗਈ। ਵੇਖੋ ਜੀ, ਜਿੱਦਾਂ ਬਾਕੀਆਂ ਦੀਆਂ ਦਵੀੜਾਂ ਪਿੰਡਾਂ 'ਚੋਂ ਲੱਗ ਰਹੀਆਂ ਫੇ ਇਹਨਾਂ ਦੀਆਂ ਵੀ ਲੱਗਣਗੀਆਂ। ਮਤਲਬ ਤੁਸੀਂ ਜਨਤਾ ਨੇ ਤੁਹਾਨੂੰ ਨਿਯੁਕਤ ਕੀਤਾ, ਜਨਤਾ ਲਈ ਤੁਸੀਂ ਕੁਝ ਕਰਦੇ ਨਹੀਂ ਤੇ ਫੇ ਜਿਹੜੀ ਨਿਰਾਸ਼ਾ ਤੇ ਗੁੱਸਾ ਹੁੰਦਾ ਆ ਉਹ ਵੀ ਫੇ ਉਹਦਾ ਵੀ ਸਾਹਮਣਾ ਕਰਨਾ ਪੈਣਾ ਜੀ। ਹੁਣ ਉਹ ਸਮੇਂ ਬਦਲ ਗਏ ਵੀ ਜੀ ਸਰਕਾਰ, ਜੀ ਮਾਈ ਬਾਪ, ਪੈਰੀ ਹੱਥ ਲਾਈ ਜਾਓ, ਝੁਕੀ ਜਾਓ, ਏਦਾਂ ਉਹ ਗੱਲ ਗਈ ਆਈ। ਹੁਣ ਜਿਹੜਾ ਯੂਥ ਆ ਉਹ ਜਾਗ ਉੱਠਿਆ, ਉਹਨੂੰ ਜਾਗਰਤੀ ਆ ਗਈ ਆ। ਗੂਗਲ ਨੇ ਦਿਖਾ ਦਿੱਤਾ ਸਭ ਕੁਝ, ਬਾਕੀ ਦੀ ਦੁਨੀਆ 'ਚ ਕੀ ਹੋ ਰਿਹਾ। ਬਿਲਕੁਲ, ਇੱਕ ਤਾਂ ਜਾਗ ਉੱਠਿਆ, ਦੂਜਾ ਮੈਨੂੰ ਲੱਗਦਾ ਵੀ ਯੂਥ ਨੂੰ ਜਿਹੜਾ ਹੈਗਾ ਕੋਈ ਨੌਕਰੀ ਨਹੀਂ, ਕੋਈ ਕੋਲ ਪੈਸਾ ਨਹੀਂ, ਕਿਤੇ ਕੋਈ ਹੋਪ ਨਹੀਂ, ਤੇ ਫਿਰ ਜਦੋਂ ਸਾਰਾ ਕੋਈ ਹੋਪਲੈਸ ਹੋ ਜਾਵੇ ਬੰਦਾ, ਫਿਰ ਮਰਦਾ ਕੀ ਨਹੀਂ ਕਰਦਾ। ਬਿਲਕੁਲ ਜੀ, ਬਿਲਕੁਲ। ਔਰ ਪਾਰਲੀਮੈਂਟ ਦੇ ਵਿੱਚ ਨਾ ਸੈਂਸਸ ਦੀ ਹਮੇਸ਼ਾ ਮਰਦਮਸ਼ੁਮਾਰੀ ਹੁੰਦੀ ਹੈ ਆਪਣੇ ਇੰਡੀਆ ਦੇ ਵਿੱਚ, ਕੈਨੇਡਾ ਪੂਰੇ ਦੁਨੀਆ 'ਚ ਹੁੰਦੀ ਹੈ। ਤੇ ਐਤਕੀ ਉਹ ਕਹਿੰਦੇ ਵੀ ਜਾਤੀਵਾਦ ਵਿੱਚ ਨਹੀਂ ਲਿਖਿਆ ਜਾਣਾ, ਤੇ ਇਹਦੇ ਵਿੱਚ ਸਿਰਫ ਜਿਹੜੇ ST ਨੇ ਤੇ ਜਾਂ ਫਿਰ SC ਨੇ, ਉਹ ਜਿਹੜੇ ਅਛੂਤ ਜਿਹਨੂੰ ਕਦੇ ਕਿਹਾ ਜਾਂਦਾ ਸੀ, ਉਹਨਾਂ ਦਾ ਹੀ ਵਰਣਨ ਆਉਣਾ, ਬਾਕੀਆਂ ਦਾ ਨਹੀਂ ਆਉਣਾ। ਅੱਛਾ। ਤੇ ਪਰ ਇਹਦੇ ਵਿੱਚ ਨਾ ਕੈਨੇਡਾ ਦੇ ਵਿੱਚ ਵੀ ਇੱਕ ਵਾਰੀ ਜਿਹੜਾ ਲੌਂਗ ਫਾਰਮ ਕਹਿੰਦੇ ਸੀ ਇਹਨੂੰ, ਉਹ ਬੰਦ ਹੋ ਗਿਆ ਸੀ, ਪਰ ਬਹੁਤ ਰੌਲਾ ਪਾ ਕੇ ਵਾਪਸ ਇਹ ਲੈ ਕੇ ਆਂਦਾ। ਕਿਉਂਕਿ ਜਦੋਂ ਹੁਣ ਫਰਜ਼ ਕਰੋ ਰਾਮਗੜੀਆ ਕੌਮ ਹੈ, ਜੱਟ ਹੈ, ਜਾਟ ਨੇ, ਨਾਈ ਨੇ, ਸ਼ਿੰਬੇ ਨੇ, ਝਿਓਰ ਨੇ, ਇਹ ਕੱਲੀਆਂ ਜ਼ਾਤਾਂ ਦੇ ਸਾਡੇ ਕੰਮ ਅਲੱਗ-ਅਲੱਗ ਨੇ। ਬਿਲਕੁਲ। ਤੇ ਜੇ ਕੱਲੀ ਦਾ ਹੋਊਗਾ ਨਾ ਤੇ ਹਰੇਕ ਬੰਦੇ ਦਾ ਪਤਾ ਲੱਗੂਗਾ ਵੀ ਇਹਨਾਂ ਨੂੰ ਕੀ ਮੁਸ਼ਕਲਾਂ ਨੇ। ਬਿਲਕੁਲ ਜੀ, ਬਿਲਕੁਲ। ਤੇ ਕਿਉਂਕਿ ਜਾਤ ਪਾਤ ਬਣਾਈ ਵੈਸੇ ਕੰਮਾਂ ਦੇ ਆਧਾਰ ਤੇ ਸੀ, ਇੱਕ ਪਿੰਡ ਵਿੱਚ ਸਭ ਕੁਝ ਹੁੰਦਾ ਸੀਗਾ। ਲੋਹਾਰ ਨੇ ਹਲ ਬਣਾਉਣੇ, ਤਖਾਣ ਨੇ ਆਪਣੇ ਤਾਕੀਆਂ ਦਰਵਾਜ਼ੇ ਬਣਾਉਣੇ, ਬਾਕੀਆਂ ਨੇ ਆਪਣੀ ਸਰਵਿਸ ਪ੍ਰੋਵਾਈਡ ਕਰਨੀ। ਔਰ ਜਿਹੜੇ ਨਾ ਇਹ ਕੰਮ ਬਦਲਦੇ ਰਹਿੰਦੇ ਆ। ਅੱਜ ਤੋਂ ਜਿੱਦਾਂ 1500s ਦੇ ਵਿੱਚ ਜਾਂ 16 ਦੇ ਵਿੱਚ ਇਹ ਜਿਹੜੇ ਭਾਂਡੇ ਬਣਾਉਂਦੇ ਸੀ, ਬਰਤਨ ਬਣਦੇ ਸੀ, ਇਹ ਸੁਨਿਆਰੇ ਬਣਾਉਂਦੇ ਸੀ। ਅੱਛਾ। ਤੇ ਫਿਰ ਸੁਨਿਆਰਿਆਂ ਕੋਲ ਬਾਅਦ ਵਿੱਚ ਕੰਮ ਵੱਧ ਗਿਆ, ਬੀਬੀਆਂ ਜ਼ਿਆਦਾ ਹਾਰ ਪਹਿਨਣ ਲੱਗ ਪਈਆਂ, ਜ਼ਿਆਦਾ ਗਹਿਣੇ ਬਣ ਗਏ। ਤੇ ਇਹ ਕੰਮ ਜਿਹੜਾ ਸੀ ਸਾਡੇ ਰਾਮਗੜੀ ਭਰਾਵਾਂ ਨੇ ਸਾਂਭ ਲਿਆ, ਰਾਮਗੜੀਆਂ ਨੇ, ਔਰ ਮਿਸਤਰੀਆਂ ਨੇ ਇਹਨੂੰ ਕੰਮ ਲੋਹਾਰਾਂ ਨੇ ਸਾਂਭ ਲਿਆ। ਇਹ ਕੰਮ ਬਦਲਦੇ ਰਹਿੰਦੇ ਆ, ਪਰ ਇਹਨਾਂ ਦੇ ਮੁਸ਼ਕਲਾਂ ਨੇ ਜਿਹੜੀਆਂ, ਅਗਰ ਤੁਸੀਂ ਉਹਨਾਂ ਨੂੰ ਐਡਰੈਸ ਕਰਨਾ ਹੈ ਤੇ ਉਹਦਾ ਡਾਟਾ ਹੋਣਾ ਸਰਕਾਰ ਕੋਲ ਬੜਾ ਜ਼ਰੂਰੀ ਹੈ। ਬੜਾ ਜ਼ਰੂਰੀ ਹੈ ਜੀ। ਤੇ ਪਰ ਇਹ ਡਾਟਾ ਹੀ ਨਹੀਂ ਰੱਖਣ ਦੀ ਕੋਸ਼ਿਸ਼ ਕਰ ਰਿਹਾ।
ਪਰ ਸਾਡੀ ਜਿਹੜੀ ਸਰਕਾਰ ਆ ਇਹ ਡਾਟਾ ਵਧੀਆ ਕੰਮਾਂ ਦੀ ਬਜਾਏ ਪੁੱਠੇ ਕੰਮਾਂ 'ਚ ਵਰਤਦੀ ਆ। ਫੇਰ ਕਹਿੰਦੀ ਜੀ ਆਹ ਫਲਾਨਾ ਆ, ਇੱਥੇ ਮੰਦਿਰ ਬਣਨਾ, ਇੱਥੇ ਆਹ ਬਣਨਾ, ਇਹ ਹੋਰੀ ਚੱਕਰਾਂ 'ਚ ਪਾ ਦਿੰਦੇ ਹੋਰ ਸਾਰੇ। ਚੱਕਰਾਂ 'ਚ ਪਾ ਦਿੰਦੇ ਆ। ਜਾਂ ਫਿਰ ਕਹਿੰਦੇ ਜਿਹਦਾ ਖਾਵਾਂ ਉਹਦਾ ਗਾਵਾਂ। ਤੇ ਬ੍ਰਹਮਿੰਦਰਾ ਕਹਿੰਦਾ ਮੈਂ ਨਵਜੋਤ ਸਿੱਧੂ ਨਹੀਂ ਮਿਲਣਾ, ਅੱਛਾ, ਕਿਉਂਕਿ ਜਦ ਤੱਕ ਕਹਿੰਦਾ ਮੇਰਾ ਆਕਾ ਨਹੀਂ ਮਿਲਦਾ ਕੈਪਟਨ ਨਹੀਂ ਮਿਲਦਾ ਜਦ ਤੱਕ। ਹਾਂ ਚਲੋ ਜੀ ਹੌਲੀ ਹੌਲੀ ਕੈਪਟਨ ਵੀ ਮਿਲ ਲਊਗਾ। ਹੁਣ ਇਹ ਇੱਕ ਪਾਰਟੀ ਨੂੰ ਤੁਸੀਂ ਚਲਾਉਣਾ ਆ, ਕੋਈ ਸਮਾਂ ਹੁੰਦਾ ਸੀਗਾ। ਵੈਸੇ ਜਿਹੜੀ ਇਹਦੀ ਉਮਰ ਆ ਮੈਨੂੰ ਤਾਂ ਲੱਗਦਾ ਫੀਲਿੰਗ ਹੀ ਲੈਂਦਾ। ਫੀਲਿੰਗ ਹੀ ਆ ਜੀ। ਚਲੋ ਇਹ ਤਾਂ ਬਾਕੀ ਉਹਨੂੰ ਪਤਾ ਹੋਊਗਾ, ਅਸੀਂ ਕਾਹਨੂੰ ਐਵੇਂ ਖੋਜ ਨਹੀਂ ਚਾਹੀਏ। ਕਿਉਂਕਿ ਇਹਨਾਂ ਦੇ ਦਾਦੇ ਪੜਦਾਦੇ ਬੜਾ ਵਧੀਆ ਕੰਮ ਕਰ ਗਏ ਸੀਗੇ। ਵਧੀਆ ਤਾਂ ਪਤਾ ਨਹੀਂ ਕੰਮ ਕਰਦੇ ਰਹੇ ਮੈਂ ਸੁਣਿਆ। ਬਿਲਕੁਲ ਜੀ ਬਿਲਕੁਲ। ਔਰ ਜ਼ਿੰਦਗੀ ਦੇ ਵਿੱਚ ਨਾ ਜਿਹੜੇ ਬੰਦੇ ਕਰਦੇ ਨੇ ਕੰਮ ਔਰ ਹੌਲੀ ਹੌਲੀ ਪਾ ਕੇ ਵੀ ਸਮਾਂ ਪਾ ਕੇ ਉਹਦੇ ਨਤਾਰੇ ਹੁੰਦੇ ਨੇ ਬਈ ਇਹ ਸਹੀ ਸੀ ਮਾੜਾ ਸੀ। ਕੈਨੇਡਾ ਦੇ ਵਿੱਚ ਕਿੰਨੇ ਜਿਹੜੇ ਵਧੀਆ ਲੀਡਰ ਮੰਨੇ ਜਾਂਦੇ ਸੀ ਉਹਨਾਂ ਦੇ ਬੁੱਤ ਹੁਣ ਲਾਏ ਜਾ ਰਹੇ ਨੇ ਕਿਉਂਕਿ ਉਹਦੇ ਕੰਮ ਕਹਿੰਦੇ ਗਲਤ ਕੀਤੇ ਸੀ। ਡੰਡਾਸ ਸਟਰੀਟ ਦਾ ਨਾਮ ਬਦਲ ਦਿੱਤਾ ਜੀ ਟੋਰਾਂਟੋ 'ਚ। ਬਿਲਕੁਲ ਉਹਦਾ ਬਦਲ ਦਿੱਤਾ। ਕਿੰਨਿਆਂ ਦੇ ਬੁੱਤ ਲਾਏ ਨੇ, ਬੁੱਤ ਵੀ ਲਾ ਦਿੱਤੇ। ਬਿਲਕੁਲ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਜਿਹਦੇ ਨਾਮ ਤੇ ਰੱਖਿਆ ਪੀਅਰਸਨ ਸਰ ਜੌਨ ਦੇ ਮੈਕਡੋਨਲਡ ਦਾ ਨਾਮ, ਉਹਦਾ ਬੁੱਤ ਲਾਤਾ ਔਰ ਬਾਕੀਆਂ ਦੇ ਲਾਈ ਜਾਂਦੇ ਨੇ। ਔਰ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਸਮਾਂ ਕਹਿੰਦੇ ਸਭ ਤੋਂ ਬਲਵਾਨ ਹੈ। ਬਿਲਕੁਲ ਜਿੱਡਾ ਮਰਜ਼ੀ ਝੂਠ ਹੋਵੇ ਉਹ ਸਮੇਂ ਦੇ ਨਾਲ ਫੜਿਆ ਜਾਂਦਾ। ਝੂਠ ਤਾਂ ਜੀ ਸਾਹਮਣੇ ਆਉਂਦਾ ਹੀ ਆਉਂਦਾ ਇੱਕ ਦਿਨ। ਅੱਜ ਜੋ ਮਰਜ਼ੀ ਕਰ ਲੈਣ ਸਰਕਾਰਾਂ, ਜੋ ਮਰਜ਼ੀ ਉਹਨਾਂ ਦੇ ਵਰਕਰ ਕਰ ਲੈਣ, ਝੂਠ ਬੋਲ ਕੇ ਗਾਂ ਆਈ ਜਾਣ, ਪਰ ਇਹਦਾ ਕਿਤੇ ਨਾ ਕਿਤੇ ਨਿਤਾਰਾ ਤਾਂ ਹੋਣਾ ਹੀ ਆ। ਸੱਚ ਸਾਹਮਣੇ ਜਦੋਂ ਆਇਆ ਫੇਰ ਜਨਤਾ ਨੇ ਦੜਾਉਣਾ ਬਈ ਸਾਰਿਆਂ ਨੂੰ। ਇਹ ਮਤਲਬ ਸੋਚ ਲਓ ਤੁਸੀਂ। ਜਦੋਂ ਸੱਚ ਸਾਹਮਣੇ ਆਉਂਦਾ ਫਿਰ ਝੂਠ ਨੰਗਾ ਹੁੰਦਾ। ਬਿਲਕੁਲ ਜੀ। ਤੇ ਨੰਗਾ ਹੋਇਆ ਬੰਦਾ ਕਿੱਦਾਂ ਦੌੜਦਾ ਤੁਸੀਂ ਦੇਖਿਆ ਹੀ ਆ। ਤੇ ਚਾਰ ਤਾਂ ਮੈਂ ਵੀ ਵੇਖੇ ਆ। ਹੁਣ ਤਾਂ ਵੀਡੀਓ ਆ ਜਾਂਦੀ ਆ। ਪਜਾਮੇ ਦੇ ਥੱਲੇ ਕਸ਼ਹਿਰਾ ਪਾਇਆ ਕਰੋ ਤਾਂ ਹੀ ਸਾਨੂੰ ਹੁਕਮ ਆ ਲੰਬੇ ਕਸ਼ਹਿਰੇ ਪਾਉਣ ਦਾ। ਨਾ ਪਿੱਛੇ ਜਾ ਕੇ ਥਾਣੇਦਾਰ ਕਿੱਦਾਂ ਭੱਜਿਆ ਸੀ, ਬੈਠਾ ਹੀ ਫੜ ਲਿਆ ਸੀ ਅੰਦਰ ਹੀ। ਬਿਲਕੁਲ ਜੀ ਬਿਲਕੁਲ। ਤੇ ਲਓ ਜੀ ਇਹ ਜਿਹੜੀਆਂ ਗੱਲਾਂ ਨੇ ਨਾ, ਕਿਸੇ ਦੀ ਕਹਿੰਦੇ ਮੁਰਗੀ ਕਹਿੰਦੀ ਮੇਰਾ ਜੱਗ ਤੋਂ ਜਾਣਾ ਤੇ ਲੋਕਾਂ ਦਾ ਹਾਸਾ ਹੈ। ਬਿਲਕੁਲ। ਲੋਕ ਕਹਿੰਦੇ ਬੜਾ ਸਵਾਦ ਬਣਿਆ ਤੇ ਇਸ ਲਈ ਵੀ ਇਹੋ ਜਿਹੇ ਕੰਮ ਨਾ ਕਰਿਆ ਕਰੋ ਜਿਹਦੇ ਲਈ ਤੁਹਾਡੇ ਗਾਂ ਪੁੱਤ ਪੋਤਰੇ ਦੋਤਰੀਆਂ ਵੀ ਕਹਿਣ ਸਾਡਾ ਨਾਨਾ ਜਿਹੜਾ ਸੀ ਨਾ ਇਹ ਨਹੀਂ ਸੀ, ਮੈਨੂੰ ਲੱਗਦਾ ਹੋਰ ਬੰਦਾ। ਵੇਖੋ ਜੀ ਆਉਣ ਵਾਲੀ ਪੀੜ੍ਹੀ ਨੇ ਸਾਨੂੰ ਵੇਖਣਾ, ਸਾਡੇ ਕੀਤੇ ਹੋਏ ਕੰਮ ਵੇਖਣੇ ਨੇ। ਤਾਈਓ ਤਾਂ ਬੇਈਮਾਨੀਆਂ ਡਬਲ ਤੋਂ ਟ੍ਰਿਪਲ ਹੋਈ ਜਾ ਰਹੀਆਂ। ਅਗਲਾ ਕਹਿੰਦਾ ਪਾਪਾ ਕਰਦਾ ਆ, ਪਾਪਾ ਕਹਿੰਦਾ ਤੇਰਾ ਬਾਬਾ ਵੀ ਕਰਦਾ ਸੀਗਾ, ਬਾਬਾ ਕਹਿੰਦਾ ਮੇਰਾ ਪਿਓ ਵੀ ਕਰਦਾ ਸੀਗਾ। ਸੋ ਭਾਈ ਚੰਗੇ ਕੰਮ ਕਰੋ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਮੁਲਕ ਨੂੰ ਗਾਹਾਂ ਲੈ ਕੇ ਜਾ ਸਕਣ। ਅਸੀਂ ਤਾਂ ਗਰਕੀ ਜਾਂਦੇ ਹਾਂ, ਰੋਕੋ ਹੁਣ ਇਸ ਚੀਜ਼ ਨੂੰ। ਤੇ ਲਓ ਜੀ ਆਪਾਂ ਰੋਕ ਲਈਏ, ਬ੍ਰੇਕ ਕਰ ਲਈਏ। ਲਓ ਜੀ। ਹੋਰ ਸੁਣਾ ਵੀ ਕਾਕਾ ਕਿੱਦਾਂ? ਹਾਲ ਆਪਣਾ ਚੰਗਾ ਹੈ, ਪਰ ਆਮ ਤੌਰ ਤੇ ਦੇਖੀ ਜਾਂਦਾ ਜਿਹੜੇ ਸਾਡੇ ਪੋਲੀਟੀਸ਼ੀਅਨ ਹੈ, ਚਾਹੇ ਉਹ ਅਕਾਲੀ ਹੋਣ, ਕਾਂਗਰਸੀ ਹੋਣ, ਕਿਸੇ ਪਾਰਟੀ ਦੇ ਹੋਣ, ਉਹਨਾਂ ਦੇ ਰਿਸ਼ਤੇਦਾਰੀਆਂ ਆਪੋ ਵਿੱਚ ਹੀ ਆ। ਮੈਂ ਅੱਗੇ ਵੀ ਗੱਲ ਕੀਤੀ ਸੀ ਵੀ ਜੇ ਪੋਲੀਟੀਸ਼ੀਅਨ ਨਾ ਹੋਣ ਤਾਂ ਇਹ ਦੁਨੀਆ ਚੰਗੀ ਤੇ ਸ਼ਾਂਤ ਵਾਲੀ ਜਗ੍ਹਾ ਨਾ ਹੋਵੇ। ਇਹਨਾਂ ਦੀ ਲੋੜ ਹੀ ਨਾ ਹੋਵੇ। ਪਰ ਮੈਂ ਕਹਿੰਦਾ ਅਪਾਇੰਟਮੈਂਟਸ ਹੋਣੀਆਂ ਚਾਹੀਦੀਆਂ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ। ਜਿਹਨੇ ਕਿਸੇ ਨੇ ਹਾਰਡਵਰਡ ਤੋਂ PhD BSc MSc ਕੀਤੀ, ਉਹ ਕੁਆਲੀਫਿਕੇਸ਼ਨ ਪੋਲੀਟੀਕਲ ਸਾਇੰਸ ਦੀ, ਉਹਨੂੰ ਨਿਯੁਕਤੀ ਦੇਣੀ ਚਾਹੀਦੀ। ਚੱਲ ਬਈ ਇਹ MLA ਬਣਨ ਦੇ ਕਾਬਲ ਆ, MP ਬਣਨ ਦੇ ਕਾਬਲ ਆ, ਚੀਫ ਮਿਨਿਸਟਰ ਬਣਨ ਦੇ ਕਾਬਲ ਆ। ਪਰ ਠੁਣੀਆ ਰਾਮ ਜੀ ਇਹ ਗੱਲਾਂ ਲਾਗੂ ਨਹੀਂ ਹੁੰਦੀਆਂ ਸਾਰੇ ਥਾਵਾਂ ਤੇ। ਹੁਣ ਜਿਹੜੀ ਨਾ ਆਪਣੀ ਜਿਹੜੀ ਇੰਡੀਆ ਦੀ ਆਪਣੀ ਹੈਗੀ ਆ ਫਾਈਨੈਂਸ ਮਿਨਿਸਟਰ, ਉਹ ਪੜ੍ਹੀ ਹੋਈ ਆ ਆਕਸਫੋਰਡ ਤੋਂ। ਤੇ ਉਹ ਹੁਣ ਕਹਿੰਦੀ 23,000 ਕਰੋੜ ਰੁਪਈਆ ਹੋਰ ਦੇ ਦਿਓ। ਕਹਿੰਦੇ ਕੀ ਕਰਨਾ? ਕਹਿੰਦੀ ਉਹ ਫਿਰ ਦੱਸੂਗੀ ਕੀ ਕਰਨਾ। ਉਹ ਹੋਰ ਚਾਹੀਦਾ ਹੈ ਨਾ ਗੁਜਰਾਤੀਆਂ ਨੂੰ। ਪਰ ਗੱਲ ਇਹ ਆ ਫਿਰ ਉਹ ਪੜ੍ਹਿਆ ਲਿਖਿਆ ਦੇ ਵਿੱਚ ਬਣਦਾ ਨਹੀਂ ਨਾ। ਜਿਹੜਾ ਪੜ੍ਹੇ ਲਿਖੇ ਦਾ ਜਦੋਂ ਬੌਸ ਅਨਪੜ੍ਹ ਹੋਵੇ ਤਾਂ ਪੜ੍ਹਿਆ ਲਿਖਿਆ ਕੀ ਕਰੇ? ਪੜ੍ਹਿਆ ਲਿਖਿਆ ਛੱਡ ਕੇ ਹੋਰ ਕੰਮ ਕਰ ਲਵੇ। ਬਿਲਕੁਲ। ਤੇ ਅਕਲ ਤੇ ਹੈ ਆ ਨਾ। ਤੇ ਜਾਂ ਸ਼ਾਇਦ ਕਈ ਵਾਰ ਇਹ ਜ਼ਰੂਰੀ ਹੈ ਕਿ ਬਈ ਜਿਹੜੀ ਬੰਦੇ ਦੀ ਨੀਅਤ ਹੈ ਉਹ ਸਾਫ਼ ਹੋਵੇ, ਭਾਵੇਂ ਘੱਟ ਹੀ ਪੜ੍ਹਿਆ ਹੋਵੇ। ਬਿਲਕੁਲ ਠੀਕ ਹੈ ਨਾ। ਤੇ ਹੁਣ ਮੋਦੀ ਵੀ ਤਾਂ ਮਾਸਟਰਸ ਹੈ। ਉਹਨੇ ਦੇਖੀ ਨਹੀਂ ਡਿਗਰੀ ਉਹਦੀ।
ਉਹਨੇ ਐਮਏ ਉਹਦੀ ਡਿਗਰੀ ਪਤਾ ਨਹੀਂ ਕਿਹੜੀ ਪ੍ਰੈਸ ਤੋਂ ਛਪਾਈ ਇਹਨਾਂ ਨੇ। ਉਹ ਕਹਿੰਦੇ ਸੁਪਰੀਮ ਕੋਰਟ ਨੇ ਕਿਹਾ ਵੀ ਜਿਹੜੇ ਅਨਪੜ੍ਹ ਬੰਦੇ ਆ ਉਹਨਾਂ ਨੂੰ ਡਰਾਈਵਰੀ ਦੇ ਲਾਇਸੈਂਸ ਨਹੀਂ ਦੇਣੇ, ਅੱਛਾ, ਕਿਉਂਕਿ ਇਹਨਾਂ ਨੂੰ ਸਾਈਨ ਨਹੀਂ ਸਮਝ ਆਉਂਦੇ। ਹਾਂ, ਪੜ੍ਹ ਨਹੀਂ ਸਕਦੇ। ਹਾਂ, ਤਾਂ ਮੈਂ ਕਿਹਾ ਪ੍ਰਾਈਮ ਮਿਨਿਸਟਰ ਨੂੰ ਕਿਹੜਾ ਸਾਈਨ ਸਮਝ ਆਉਂਦਾ ਫਿਰ? ਹੈ ਬਈ, ਕਮਾਲ ਦੀ ਗੱਲ ਆ ਹਿੰਦੁਸਤਾਨ ਦੀ, ਇੰਡੀਆ ਦੀ, ਜਿੱਥੇ ਅਨਪੜ੍ਹ ਤੁਸੀਂ ਇੱਕ ਬੰਦਾ ਪ੍ਰਾਈਮ ਮਿਨਿਸਟਰ ਬਣਾਤਾ, ਕਮਾਲ ਕਰ ਦਿੱਤੀ। ਤੇ ਲੋ ਜੀ, ਕਾਂਗਰਸ, ਅਕਾਲੀ, ਆਪ ਵਾਲੇ ਸਾਰੇ ਇਕੱਠੇ ਹੋ ਗਏ। ਹਾਂ, ਇਕੱਠੇ ਹੋ ਗਏ। ਹਾਂ, ਅੱਛਾ। ਉਹ ਕਹਿੰਦੇ ਸਾਨੂੰ ਪੀਐਮ ਨੇ ਸੱਦਿਆ ਆਲ ਪਾਰਟੀ ਮੀਟਿੰਗ, COVID-19 ਨੂੰ ਕਿਵੇਂ ਰੋਕਣਾ ਹੈ। ਅੱਛਾ। ਉਹ ਕਹਿੰਦੇ ਅਸੀਂ ਨਹੀਂ ਜਾਣਾ। ਆ ਸਹੀ ਗੱਲ ਆ, ਇਹਨਾਂ ਨੇ ਕੋਵਿਡ ਨੂੰ ਰੋਕਣ ਦੀ ਲੋੜ ਕੀ ਆ, ਮਰੀ ਜਾਣ ਦਿਓ ਲੋਕਾਂ ਨੂੰ। ਉਹ ਕਹਿੰਦੇ ਅਸੀਂ ਤਾਂ ਨਹੀਂ ਜਾਣਾ ਕਿਉਂਕਿ ਇਹਨਾਂ ਨੇ ਕਿਸਾਨਾਂ ਲਈ ਕੁਝ ਨਹੀਂ ਕੀਤਾ। ਮੈਂ ਤੇ ਇਸ ਗੱਲ ਤੋਂ ਹੈਰਾਨ ਹੈ। ਚਲੋ ਆਪ ਵਾਲੇ ਤੋਂ ਬਾਹਰ ਕੱਢ ਦਿਓ, ਵਿਚਾਰਾ ਕੱਲਾ ਭਗਵੰਤ ਮਾਨ ਹੈ, ਉਹ ਕਿੰਨਾ ਕਰ ਸਕਦਾ। ਪਰ ਜਿਹੜੀ ਬੀਬੀ ਆਪ ਜਾ ਕੇ ਵਿੱਚ ਬੈ ਕਾਨੂੰਨ ਬਣਾ ਕੇ ਆਈ ਹੈ, ਸੁਖਬੀਰ ਬਾਦਲ, ਉਹਦਾ ਪਾਪਾ, ਸਾਰੇ ਕਹਿੰਦੇ ਰਹੇ ਕਾਨੂੰਨ ਬਹੁਤ ਵਧੀਆ, ਬਹੁਤ ਵਧੀਆ। ਤੇ ਕੈਪਟਨ ਵੀ ਜਾ ਕੇ ਮਿਲਦਾ ਰਿਹਾ। ਜਦੋਂ ਅੱਜ ਨੂੰ ਕਮੇਟੀ ਵਿੱਚ ਪਾਇਆ ਸੀ, ਆਪਦੀ ਥਾਂ ਤੇ ਇਹ ਭੇਜ ਦਿੰਦਾ ਸੀ ਮਨਪ੍ਰੀਤ ਬਾਦਲ ਨੂੰ। ਹਾਂ, ਬਿਲਕੁਲ। ਇਹ ਸਾਰਿਆਂ ਨੇ ਰਲ ਕੇ ਬਣਾਇਆ ਇਹ ਜੀ, ਸਾਰੇ ਰਲੇ ਹੋ ਆ, ਸਾਰੇ ਰਲੇ ਹੋ। ਜੋ ਮਰਜੀ ਅਖਬਾਰਾਂ 'ਚ ਬਿਆਨ ਦੇਈ ਜਾਣ, ਜੋ ਮਰਜੀ ਰੇਡੀਓ ਟੀਵੀ ਤੇ ਬੋਲੀ ਜਾਣ, ਇਹ ਸ਼ਾਮ ਨੂੰ ਬਹਿੰਦੇ ਇਕੱਠੇ ਹੀ ਆ। ਇਹ ਤਾਂ ਗੱਲਬਾਤ ਏਦਾਂ ਆ ਸਾਰਿਆਂ ਦੀ। ਪਰ ਇਹ ਜਿਹੜੇ ਨੇ ਵੱਡੇ ਲੋਕ ਹੈ, ਇਹਨਾਂ ਕਿੰਨਾ ਰਲੇ ਪਤਾ ਨਹੀਂ ਲੱਗਦਾ ਆਪਾਂ ਨੂੰ, ਉਹ ਮੁੱਕਰ ਜਾਂਦੇ ਆ। ਤੇ ਪਰ ਜਿਹੜੇ ਰਲੇ ਫੜੇ ਜਾਂਦੇ, ਉਹਨਾਂ ਵਿੱਚ ਫੜਿਆ ਗਿਆ ਰਾਜ ਕੁੰਦਰਾ। ਰਾਜ ਕੁੰਦਰਾ ਦੱਸੋ ਤਾਂ, ਚੰਗੀ ਭਲੀ ਤੇਰੀ ਘਰ ਵਾਲੀ ਆ, ਇੰਨਾ ਯੋਗਾ ਕਰਦੀ ਉਹ ਹੈ। ਤੁਹਾਨੂੰ ਘਰ ਵਾਲੀ ਜ਼ਿਆਦਾ ਪਸੰਦ ਹੈ ਕਿ ਗੱਲ ਜਿਹੜੀ ਕਰਨੀ ਹੈ? ਦੇਖੋ ਨਾ, ਉਹਦੇ ਵੀ ਘਰ ਵਾਲੀ ਦੇ ਵੀ ਮੈਨੂੰ ਬਲੂ ਪਾਏ ਆ। ਅੱਛਾ। ਆ ਦਿਖਾਈ ਕਾਕਾ ਇੱਕ ਵਾਰ ਫੇਰ ਉਹਦਾ, ਆ ਦੇਖ ਬ੍ਰੈਸਲੇਟ ਕੀ ਸੋਹਣੀ ਪਾਈ ਆ, ਆਪਣੇ ਹਾਰ ਕੀ ਸੋਹਣਾ ਪਾਇਆ, ਉਹਦੇ ਬਲੂ ਪਾਏ ਆ। ਉਹਨੂੰ ਬਲੂ ਪਸੰਦ ਹੈ। ਪਰ ਠੰਡੀਆ ਰਾਮ ਜੀ, ਇਹ ਦੇਖ ਲਓ ਬਈ, ਜਿਹੜੇ ਅਸ਼ਲੀਲ ਫਿਲਮਾਂ ਨੇ, ਜਿਹੜੀ ਚੀਜ਼ ਕਾਨੂੰਨ ਦੇ ਵਿੱਚ ਨਹੀਂ ਆਉਂਦੀ, ਉਹ ਕਾਹਦੇ ਵਾਸਤੇ? ਬਿਲਕੁਲ ਜੀ, ਬਿਲਕੁਲ। ਬਈ ਇੰਨਾ ਪੈਸਾ ਹੈ ਕੋਲ, ਕ੍ਰਿਕਟ ਵੀ ਟੀਮ ਇਹਨਾਂ ਨੇ ਖਰੀਦੀ ਹੋਈ ਹੈ, ਔਰ ਕਿੰਨੇ ਸਾਰੇ ਬਿਜ਼ਨਸ ਨੇ, ਪਰ ਬੰਦੇ ਨੂੰ ਰਾਜੀ ਕੋਈ ਨਹੀਂਗਾ। ਦੇਖੋ ਜੀ, ਚਲੋ ਇਹਨੂੰ ਹਾਲੇ ਫਿਲਹਾਲ ਬੈਨੀਫਿਟ ਆਫ ਡਾਊਟ ਦਿੰਨੇ ਆ, ਕਿਉਂਕਿ ਹਜੇ ਅਲੈਜਡ ਹੈ, ਇੱਕ ਨਾ ਅੰਗਰੇਜ਼ੀ ਦਾ ਸ਼ਬਦ ਆ ਅਲੈਜਡ, ਹਜੇ ਆਰੋਪ ਲੱਗੇ ਆ, ਕੁਝ ਸਾਬਤ ਨਹੀਂ ਹੋਇਆ। ਭਈ ਇਹ ਵੀ ਹੋ ਸਕਦਾ ਵੀ ਕਿਸੇ ਨੇ ਉੱਥੇ ਇੰਡੀਆ ਦਾ ਕਿਆ ਪਤਾ ਜੀ, ਕਿਸੇ ਦੇਖ ਲਿਆ ਹੋਵੇ ਵੀ 4 ਪੈਸੇ ਇਹਦੇ ਕੋਲ ਬਣ ਸਕਦੇ ਆ, ਪੈਸੇ ਬਥੇਰੇ ਇਹਦੇ ਕੋਲ। ਇਹ ਵੀ ਹੈ, ਪੋਸੀਬਲ ਹੈ। ਵੈਸੇ ਤਾਂ ਜਿਹੜੀ ਇੰਡੀਆ ਦੀ ਪੁਲਿਸ ਕਰਦੀ ਹੈ, ਬਹੁਤ ਜ਼ਿਆਦਾ ਬਲੀਵ ਉੱਤੇ ਕਰਨਾ ਚਾਹੀਦਾ ਨਹੀਂ, ਕਿਉਂਕਿ ਉੱਤੋਂ ਚਲਾਉਣ ਵਾਲੇ ਹੋਰ ਨੇ। ਬਿਲਕੁਲ ਜੀ, ਬਿਲਕੁਲ। ਔਰ ਪੁਲਿਸ ਹੈ ਨਾ ਜਿਹੜੀ, ਸਰਕਾਰ ਦੇ ਕਹਿਣ ਤੇ ਉਹਨਾਂ ਨੇ ਬਹੁਤ ਸਾਰੇ ਲੋਕਾਂ ਦੀ ਰਿਕਾਰਡਿੰਗ ਕਰ ਲਈ ਆ, ਇਨਕਲੂਡਿੰਗ ਜਿਹੜੇ ਨੇ, ਕਹਿੰਦੇ ਜਿਹੜੇ ਆਪਣੇ ਉੱਥੇ ਹੈਗੇ ਨੇ ਜੱਜਿਸ। ਹਾਂ, ਜਸੂਸੀ ਕਰ ਰਹੀ, ਪੂਰੀ ਜਸੂਸੀ ਕਰ ਰਹੀ। ਔਰ ਜਿਹੜੇ ਜੱਜਿਸ ਨੇ ਉਹ ਵੀ ਦੁੱਧ ਧੋਤੇ ਨਹੀਂ ਗਏ, ਤੇ ਹੁਣ ਉਹਨਾਂ ਦੀ ਰਿਕਾਰਡਿੰਗ ਪੁਲਿਸ ਦੇ ਕੋਲ ਆ, ਤੇ ਪੁਲਿਸ ਦੀ ਵਾਗਡੋਰ ਪਿੱਛੇ ਪੋਲੀਟੀਸ਼ੀਅਨ ਦੇ ਕੋਲ ਹੈ। ਬਿਲਕੁਲ ਜੀ, ਬਿਲਕੁਲ। ਤੇ ਉਹ ਹੁਣ ਸਾਰੇ ਇੱਕ ਦੂਜੇ ਤੋਂ ਫਸੇ ਹੋਏ ਨੇ, ਕਿਤੇੋਂ ਵੀ ਕਿਸੇ ਲਈ ਕੁਝ ਨਹੀਂ ਹੋ ਰਿਹਾ, ਕਿਉਂਕਿ ਹਰੇਕ ਹਮਾਮ ਮੇ ਸਭ ਨੰਗੇ। ਜਾਣੀ ਕਿ ਇੱਕ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਆਵਾਈ ਉੱਤੇ ਆਇਆ। ਸੋ ਭਾਈ, ਕਿਆ ਪੋਲੀਟੀਸ਼ੀਅਨ, ਕਿਆ ਪੁਲਿਸ ਵਾਲਾ, ਕਿਆ ਪੈਸੇ ਵਾਲਾ, ਰਾਜ ਕੁੰਦਰੇ ਵਰਗੇ ਜਾਂ ਹੋਰ ਵੀ ਆ, ਇਹ ਆਵਾਈ ਉੱਤੇ ਆਇਆ। ਆਪਣੇ ਆਪ ਨੂੰ, ਜਿਹੜਾ ਆਮ ਬੰਦਾ ਆ, ਉਹ ਆਪਣੇ ਆਪ ਨੂੰ ਸੇਫ ਰੱਖੇ ਤਾਂ ਹੀ ਠੀਕ ਵਾ, ਨਹੀਂ ਤਾਂ ਇਹਨਾਂ ਨੇ ਛੱਡਣਾ ਕਿਸੇ ਪਾਸੇ ਜੋਗਾ ਨਹੀਂ। ਪਰ ਆਪਣੇ ਆਪ ਨੂੰ ਸੇਫ ਕਿਵੇਂ ਰੱਖੇ? ਜਿੰਨੀਆਂ ਵੀ ਦੇਸ਼ ਨੂੰ ਵਧੀਆ ਬਣਾਉਣ ਲਈ ਨੀਤੀਆਂ ਆਉਣੀਆਂ, ਉਹ ਪੋਲੀਟੀਸ਼ੀਅਨ ਨੇ ਲੈ ਕੇ ਆਉਣੀਆਂ, ਉਹ ਲਾਗੂ ਕਰਵਾਉਣਾ, ਫੋਰਸ ਕਰਨਾ ਕਿਸੇ ਨੂੰ ਪੁਲਿਸ ਨੇ ਕਰਨਾ। ਤੇ ਜੇ ਕੋਈ ਬੰਦਾ ਗਲਤ ਫੜਿਆ ਗਿਆ ਤੇ ਉਹਨੂੰ ਛੱਡਣਾ ਕੰਮ ਹੈ ਕੋਰਟ ਦਾ, ਜੱਜਿਸ ਦਾ। ਦੇਖੋ ਜੀ, ਜਿੱਥੇ ਪੁਲਿਸ ਵਾ, ਜਿੱਥੇ ਕੋਰਟ ਵਾ, ਇਹ ਇੰਡੀਪੈਂਡੈਂਟ ਤਾਂ ਹੈ ਹੀ ਨਹੀਂ। ਇਹਨਾਂ ਨੂੰ ਉੱਪਰੋਂ ਫੋਨ ਆਉਂਦੇ ਆ ਤਾਂ ਇਹ ਉਹਦਾ ਪਾਲਣ ਕਰਦੇ ਆ। ਕੋਈ ਪੁਲਿਸ ਵਾਲਾ ਇੰਡੀਪੈਂਡੈਂਟਲੀ ਕਿਸੇ ਨੂੰ ਅਰੈਸਟ ਨਹੀਂ ਕਰ ਸਕਦਾ, ਕੋਈ ਕੋਰਟ ਵਾਲਾ ਇੰਡੀਪੈਂਡੈਂਟਲੀ ਕਿਸੇ ਨੂੰ ਸਜ਼ਾ ਨਹੀਂ ਦੇ ਸਕਦਾ। ਔਰ ਜਿਹੜੇ ਪੰਜਾਬ ਦੇ ਵਿੱਚ ਜਿਹੜੇ IPS ਅਫਸਰ ਨੇ, ਉਹਨਾਂ ਕਦੇ ਪੁੱਛ ਲਓ, ਉਹ ਯਾਰ ਕਾਹਦੀ ਆ, MLA ਨੇ ਲਾਇਆ ਹੋਇਆ ਆ ਆਪਣਾ SHO, ਮੇਰੀ ਤੋਂ ਸੁਣਦਾ ਨਹੀਂ। ਤੂੰ ਇੱਥੇ ਬੈਠਾ ਡੰਡੇ ਵਜਾਉਂਦਾ, ਜੇ ਨਹੀਂ ਸੁਣਦਾ ਤੇ ਘਰੇ ਜਾ। ਵੇਖੋ ਜੀ, ਮੇਰੇ ਹਿਸਾਬ ਨਾਲ ਤਾਂ ਇੱਕ ਬਹੁਤ ਛੇਤੀ ਬਹੁਤ ਵੱਡਾ ਇਨਕਲਾਬ ਆਏਗਾ, ਜੇ ਲੋਕਾਂ ਨੇ ਮਤਲਬ ਆਪਣੀ ਜ਼ਿੰਦਗੀ ਨੂੰ ਸੁਧਾਰਨਾ ਆ। ਪਰ ਮੈਨੂੰ ਲੱਗਦਾ ਠੁਣੀਆ ਰਾਮ ਜੀ, ਇਨਕਲਾਬ ਦਾ ਤਾਂ ਪਤਾ ਨਹੀਂ, ਪਰ ਹਾਲਾਤ ਜਿਹੜੇ ਨੇ ਉਹ ਖਰਾਬ ਹੋਣ ਵਾਲੇ ਨੇ।
ਉਹੀ ਗੱਲ ਹੋ ਗਈ ਨਾ ਜੀ, ਖਰਾਬ ਹੀ ਹੋਇਆ ਸਭ ਖਰਾਬ ਕੁਛ। ਹੋਏਗਾ। ਜਦ ਤੁਸੀਂ ਆਮ ਬੰਦੇ ਦੇ ਦੇਈ ਜਾਣਾ ਤੁਸੀਂ ਆਰਾ ਦੇਈ ਜਾਣਾ, ਤਾਂ ਕਿਤੇ ਤਾਂ ਕਿਤੇ ਨਾ ਬੌਧ ਨੇ ਛਾਲ ਮਾਰਨੀ ਆ ਫਿਰ। ਯਾ ਦੇयर इज ਲਿਮਿਟ ਆਫ ਐਵਰੀਥਿੰਗ। ਹਾਂ, ਕੋਈ ਵੀ ਅਨਲਿਮਿਟਿਡ ਚੀਜ਼ ਹੁੰਦੀ, ਜ਼ਿਆਦਾ ਹਵਾ ਵਗ ਜਾਏ, ਹਨੇਰੀ ਬਣ ਜਾਂਦੀ ਹੈ, ਜ਼ਿਆਦਾ ਧੁੱਪ ਹੋ ਜਾਏ, ਲੋਕ ਉਹਨਾਂ ਮਰਨ ਲੱਗ ਜਾਂਦੇ ਆ। ਬਿਲਕੁਲ ਗੱਲ ਇਹ ਠੰਡ ਮਾੜੀ, ਜ਼ਿਆਦਾ ਬੋਲਣ ਮਾੜਾ, ਜ਼ਿਆਦਾ ਚੁੱਪ ਮਾੜੀ। ਹੁਣ ਲੋਕਾਂ ਦੇ ਸਬਰ ਦਾ ਇਮਤਿਹਾਨ ਹੈ ਜਿਹੜਾ ਨਾ ਇੰਨਾ ਸਖਤ ਹੋ ਗਿਆ ਆ, ਲੋਕ ਭਰ ਗਏ ਨੇ। ਬਿਲਕੁਲ ਜੀ ਬਿਲਕੁਲ। ਤੇ ਹੁਣ ਜਿਹੜੇ ਲੋਕ ਭਰ ਗਏ ਨੇ ਉਹ ਸੋਚਦੇ ਵੀ ਕੋਈ ਨਵੀਂ ਜ਼ਿੰਦਗੀ ਸਾਡੀ ਸ਼ੁਰੂਆਤ ਹੋ ਜੂਗੀ, ਆਪਣੇ ਜੀਵਨ ਸਾਥੀ ਲੱਭਦੇ ਹੋਏ। ਜਿਹੜਾ ਬੰਦਾ ਆਪ ਨਹੀਂ ਨਾ ਕੁਝ ਕਰ ਸਕਦਾ, ਇਹ ਕਈ ਬੰਦੇ ਮੈਂ ਵੇਖੇ ਆ, ਉਹ ਕਹਿੰਦਾ ਮੈਂ ਪਹਿਲਵਾਨ ਬਣਨਾ ਚਾਹੁੰਦਾ ਸੀ ਪਰ ਮੈਂ ਬਣ ਨਹੀਂ ਸਕਿਆ, ਮੈਂ ਆਪਦੇ ਮੁੰਡੇ ਨੂੰ ਬਣਾਉਣਾ। ਤੇ ਬਈ ਜੇ ਤੂੰ ਨਹੀਂ ਬਣਿਆ ਤੇ ਤੇਰਾ ਮੁੰਡਾ ਵੀ ਤੇਰੇ ਵਰਗਾ ਹੀ ਹੋਣਾ ਹੈ। ਐਵੇਂ ਬੈਠ ਕੇ ਮਰਾ ਗੋਡੇ ਖਰਾਬ ਕਰਨੇ ਉਹਦੇ। ਬਿਲਕੁਲ ਜੀ ਬਿਲਕੁਲ। ਪਰ ਹੁਣ ਜਿਹੜੇ ਬੰਦੇ ਨੂੰ ਆਪ ਨੂੰ ABC ਨਹੀਂ ਆਉਂਦੀ, ਅੰਗਰੇਜ਼ੀ ਨਹੀਂ ਆਉਂਦੀ, ਬਿਲਕੁਲ ਪੜਿਆ ਲਿਖਿਆ ਨਹੀਂਗਾ, ਉਹ ਲੱਭਦਾ ਕਿ ਵੀ ਕੁੜੀ ਲੱਭੀਏ ਜਿਹਦੇ 7 ਬੈਂਡ ਹੋਣ, ਜਿਹੜੀ MA PhD ਹੋਵੇ, ਤਾਂ ਜੋ ਸਾਡੀਆਂ ਜਿਹੜੀਆਂ ਕਮੀਆਂ ਉਹ ਲੁਕ ਜਾਣ। ਤੇ ਜਿਹੜੇ ਤੁਸੀਂ ਚਾਹੁੰਦੇ ਵੀ ਕੁੜੀ ਦੇ 7 ਬੈਂਡ ਹੋਣ, ਤੇ ਉਹ ਵੀ ਚਾਹੁੰਦੀ ਹੈ ਵੀ ਮੇਰਾ ਚੰਗੇ ਹਸਬੈਂਡ ਹੋਣ। ਮੇਰੇ ਹਸਬੈਂਡ ਦੇ ਵੀ 2-4 ਬੈਂਡ ਹੋਣ, ਚਾਹੇ ਬਾਜੇ ਵਾਲੇ ਬੈਂਡ ਹੋਣ। ਪਰ ਹੁਣ ਲੋਕ ਉਥੇ ਰੋਂਦੇ ਨੇ ਵੀ ਅਸੀਂ 15 ਲੱਖ ਲਾ ਕੇ ਭੇਜਿਆ, ਅਸੀਂ 10 ਲੱਖ ਲਾ ਕੇ ਭੇਜਿਆ। ਬਈ ਦੇਖੋ, ਘਰ ਦਾ ਟੁੱਟਣਾ, ਜੱਗ ਦੀ ਮਸ਼ਕਰੀ, ਇਹ ਆਮ ਆ। ਬਿਲਕੁਲ। ਪਰ ਇੰਨਾ ਜ਼ਰੂਰ ਹੈ ਵੀ ਜੇ ਤੁਹਾਡੇ ਬੈਂਡ ਹੈ ਨਹੀਂਗੇ ਨਾ, ਔਰ ਜਿਹੜੇ ਪੇਰੈਂਟਸ ਨੇ ਆਪਣੇ ਬੱਚੇ ਦੇ ਆਖੇ ਲਾ ਕੇ, ਲੈ ਕੋਈ ਨਹੀਂ ਕਾਕਾ, ਲੈ ਲੱਭ ਲਾ ਕੁੜੀ ਤੋਂ, ਬਈ ਉਹਦੀਆਂ ਵੀ ਤਾਂ ਕੋਈ ਆਸਾਂ ਨੇ। ਉਹਨੂੰ ਵੀ ਤਾਂ ਬੰਦਾ ਬਰਾਬਰ ਹੈ। ਜਿਹੜੇ ਮੂਰਖ ਬੰਦੇ ਨਾਲ ਕਿਸੇ ਕੁੜੀ ਨੇ ਵਿਆਹ ਕਰਾ ਲਿਆ ਤੇ ਉਹਦੀ ਹੁਣ ਸੁਣੀ ਜਾਵੇ ਸਾਰੀ ਦਿਹਾੜੀ। ਦੇਖੋ ਜੀ, ਹਵਾ ਦਾ ਰੁੱਖ ਕਦੋਂ ਬਦਲਣਾ ਇਹ ਕੁਛ ਨਹੀਂ ਪਤਾ ਹੁੰਦਾ। ਚਾਹੇ ਬੰਦਾ ਹੋਵੇ ਤੇ ਚਾਹੇ ਜਨਾਨੀ, ਕੋਈ ਵੀ ਬਦਲ ਸਕਦਾ ਆ। ਬਾਅਦ ਚ ਰੋਣ ਦਾ ਕੋਈ ਫਾਇਦਾ ਨਹੀਂ। ਮੌਕੇ ਸਿਰ, ਟਾਈਮ ਸਿਰ ਸਟੈਪ ਵਧੀਆ ਲਏ ਜਾਣ ਤਾਂ ਬਾਅਦ ਵਿੱਚ ਬੰਦਾ ਪਛਤਾਉਂਦਾ ਨਹੀਂ। ਔਰ ਮਰ ਜਾਣਾ ਕਿਸੇ ਚੀਜ਼ ਦਾ ਇਲਾਜ ਨਹੀਂ ਹੈ। ਮਰਨਾ ਤਾਂ ਕਿਸੇ ਚੀਜ਼ ਦਾ ਇਲਾਜ, ਖੁਦਕਸ਼ੀ ਕਿਸੇ ਚੀਜ਼ ਦਾ ਇਲਾਜ ਨਹੀਂ ਹੈ। ਔਰ ਜੇ ਤੁਹਾਨੂੰ ਲੱਗਦਾ ਵੀ ਖੁਦਕਸ਼ੀ ਕਰਕੇ ਤੁਸੀਂ ਬਹੁਤ ਵੱਡੀ ਪ੍ਰਾਪਤੀ ਕਰ ਲੈਣੀ ਆ, ਤੇ ਜੇ ਇਸੇ ਹਿਸਾਬ ਨਾਲ ਦੁਨੀਆ ਸੋਚਦੀ ਹੁੰਦੀ ਨਾ, ਤੁਹਾਡੇ ਬਾਪੂ ਨੇ ਕਰ ਲਈ ਹੁੰਦੀ, ਤੁਸੀਂ ਜੰਮਣਾ ਹੀ ਨਹੀਂ ਸੀ। ਬਿਲਕੁਲ ਜੀ ਬਿਲਕੁਲ। ਬਜ਼ੁਰਗ ਕਿਹੜੇ ਸਾਡੇ ਘੱਟ ਆਪਣੇ ਉਹ 'ਚ ਤਕਲੀਫਾਂ ਦੁੱਖਾਂ 'ਚੋਂ ਲੰਘੇ ਆ। 1947 'ਚ ਵੇਖੋ ਕੀ ਹੋਇਆ, ਉਹ ਤੋਂ ਪਹਿਲਾਂ ਵੇਖੋ ਕਿੰਨੇ ਤਸੀਹੇ, ਕਿੰਨੇ ਦਰਦਾਂ ਹੋਈਆਂ। ਅਹਿਮਦ ਸ਼ਾਹ ਅਬਦਾਲੀ ਵਰਗੇ ਜਦੋਂ ਹਮਲੇ ਕਰਦੇ ਸੀ, ਕਿੰਨੇ ਦੁੱਖ ਸੀਗੇ। ਸੋ ਇਹਨਾਂ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ ਜੀ। ਬਿਲਕੁਲ ਜੀ। ਆਹ ਵੇਖੋ ਜੀ ਹੁਣ, ਇਹ ਜਿਹੜੀ ਪ੍ਰਾਪਰਟੀ ਹੈ ਮਿਲੀ ਹੈ ਥੱਲਿਓਂ, ਇਹਦੇ ਉੱਤੇ ਮਿੱਟੀ ਪਈ, ਉਹਦੇ ਲਈ ਕਿੰਨੇ ਪਹਿਲੋਂ ਹੌਲੀ ਹੌਲੀ ਭਰਤੀ ਪਾ ਕੇ ਚੀਜ਼ਾਂ ਥੱਲੇ ਦਬ ਦਿੱਤੀਆਂ ਗਈਆਂ। ਤੇ ਇਹ ਜਿਹੜੇ ਨਾ ਸਾਡੇ ਪਿੰਡ ਦੇ ਲਾਗੇ ਇੱਕ ਪਿੰਡ ਹੈ, ਉੱਥੇ ਬੜਾ ਉੱਚਾ ਰੇਤਾ ਦਾ ਟਿੱਬਾ ਸੀ। ਉਹ ਜਦੋਂ ਰੇਤਾ ਚੱਕਣ ਲੱਗੇ ਉੱਤੇ ਬੰਦੇ ਦਾ ਚੜ੍ਹਨਾ ਵੀ ਮੁਸ਼ਕਲ ਸੀ, ਏਡੇ ਉੱਚੇ ਉੱਚੇ ਸੀ। ਤੇ ਇਹੋ ਜਿਹਾ ਉਹਦੇ ਥੱਲਿਓਂ ਨਿਕਲਿਆ, ਇਹੋ ਜਿਹਾ ਦੀ ਮਤਲਬ ਮੱਟੀ ਇੱਕ ਬਣੀ ਹੋਈ ਨਿਕਲੀ। ਦੇਖੋ ਜੀ, ਇਹਨਾਂ ਮੁਲਕਾਂ 'ਚ ਇੱਦਾਂ ਦੀ ਕੋਈ ਚੀਜ਼ ਨਿਕਲੇ ਤਾਂ ਇਹਨੂੰ ਤਾਂ ਇੰਟਰਨੈਸ਼ਨਲ ਖਬਰ ਬਣਾ ਦਿੰਦੇ ਆ ਭਈ ਸਾਡੇ ਹੈਰੀਟੇਜ ਦਾ, ਸਾਡੇ ਪੁਰਾਣੇ ਸਮੇਂ ਦਾ ਕੁਝ ਨਵਾਂ ਸਾਨੂੰ ਮਿਲਿਆ। ਤੇ ਇਹ ਦੱਬ ਹੋਈ ਸੀ ਇੱਥੇ। ਸਾਡੇ ਕਹਿੰਦੇ ਸ਼੍ਰੋਮਣੀ ਵਾਲੇ ਤਾਂ ਦੇਖਣੇ ਹੀ ਨਹੀਂ ਦਿੰਦੇ ਕਿਸੇ ਨੂੰ। ਔਰ ਜੀ ਇਹ ਸਿੱਖਿਆਦਾਇਕ ਚੀਜ਼ਾਂ ਨੇ, ਵੈਸੇ ਇਹਨੂੰ ਹੌਲੀ ਹੌਲੀ ਕਰਕੇ ਦੇ ਉਹਨੂੰ ਦਿਖਾਉਣਾ ਚਾਹੀਦਾ। ਕਈ ਕਹਿੰਦੇ ਬਾਬਿਆਂ ਨੇ ਤੋੜ ਦਿੱਤੀ ਹੈ, ਕਈ ਕਹਿੰਦੇ ਹਾਲੇ ਹੈਗੀ ਹੈ। ਤੇ ਜਿਹੜੇ ਬਾਬਾ ਭੰਨ ਤੋੜ ਸਾਹਿਬ ਨੇ ਉਹ ਸਭ ਕੁਝ ਤੋੜ ਦਿੰਦੇ ਆ। ਤੇ ਇਹ ਜਿਹੜਾ ਮੁੰਡਾ ਦੇਖ ਲਓ, ਇਹ ਜਰਨਲਿਸਟ ਹੈ, ਡੈਨਿਸ ਸਦੀਕੀ। ਤੇ ਅਫਰੀਕਾ, ਮਾਫ ਕਰਨਾ, ਅਫਗਾਨਿਸਤਾਨ ਦੇ ਵਿੱਚ ਇਹ ਆਪਣੀ ਜਿਹੜੀ ਜ਼ਿੰਮੇਵਾਰੀ ਨਿਭਾ ਰਿਹਾ ਸੀ ਜਰਨਲਿਜ਼ਮ ਦੀ, ਉੱਥੇ ਮਾਰ ਦਿੱਤਾ ਗਿਆ। ਕਿੰਨੇ ਦੁੱਖ ਦੀ ਗੱਲ ਹੈ ਕਿ ਜਿਹੜਾ ਬੰਦਾ ਸੱਚ ਬਾਹਰ ਲੈ ਕੇ ਆਉਣਾ ਚਾਹੁੰਦਾ ਤੇ ਉਹਨੂੰ ਜਿਹੜੀਆਂ ਇਹੋ ਜਿਹੀਆਂ ਪਾਵਰਾਂ ਨੇ ਜਿਹੜੀਆਂ ਦੁਨੀਆ ਤੋਂ ਸੱਚ ਨੂੰ ਲੁਕੋ ਕੇ ਰੱਖਣਾ ਚਾਹੁੰਦੀਆਂ ਨੇ। ਸੱਚ ਦਾ ਮੂੰਹ ਬੰਦ, ਇਹਨੂੰ ਕਹਿੰਦੇ ਜੀ, ਸੱਚ ਦਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਦੁਨੀਆ ਦੇ ਵੱਖ-ਵੱਖ ਜਿੰਨੇ ਲੀਡਰ ਨੇ, ਜੋ ਬਾਈਡਨ ਹੈ ਪ੍ਰੈਜ਼ੀਡੈਂਟ ਆਫ US, ਅਫਗਾਨਿਸਤਾਨ ਦਾ ਪ੍ਰਧਾਨ ਜੋ ਬਾਈਡਨ ਦੀ ਮੈਨੇਜਮੈਂਟ ਔਰ UN ਦੇ ਸਾਰੇ ਮੈਂਬਰਾਂ ਨੇ ਅਫਸੋਸ ਜ਼ਾਹਿਰ ਕੀਤਾ। ਪਰ ਸਾਡੇ ਆ ਰਿਸ਼ੀ ਮੁਨੀ ਆ ਜਿਹੜੇ ਤਾਂ ਹੀ ਥੱਲੇ ਆ, ਇਹਨਾਂ ਨੇ ਕੋਈ ਕਿਸੇ ਦੀ ਗੱਲ ਨਹੀਂ ਕੀਤੀ। ਪਰ ਇੱਕ ਗੱਲ ਦਾ ਦੁੱਖ ਦੀ ਗੱਲ ਹੈ ਕਿ ਕਈ ਵਾਰ ਨਾ ਸਾਡੇ ਜਿਹੜੇ, ਮੈਂ ਤਾਂ ਕਹਿੰਦਾ ਇਹਨੂੰ ਪਤਾ ਹੀ ਨਹੀਂ ਹੋਣਾ ਵੀ ਜਰਨਲਿਸਟ ਕੀ ਹੁੰਦਾ ਆ। ਨਹੀਂ, ਪਤਾ ਤੇ ਹੋਣਾ ਜਿਹੜੇ, ਕਿਉਂਕਿ ਜਰਨਲਿਸਟ ਜਿਹੜੇ ਖਰੀਦਦੇ ਆ ਇਸੇ ਲਈ ਖਰੀਦਦੇ ਆ। ਉਹ ਇਹਦੇ ਕਰਮਚਾਰੀ ਖਰੀਦਦੇ, ਇਹ ਤਾਂ ਵਿਚਾਰਾ ਉੱਥੇ ਬਸ ਭੋਲਾ ਹੈ। ਭੋਲਾ ਭਾਲਾ ਆ। ਪਰ ਇੱਕ ਗੱਲ ਹੈ, ਜਿੱਥੇ ਨਾ ਕਿਤੇ ਮੈਂ ਦੇਖਿਆ ਜਿੱਥੇ ਨਾਮ ਮੁਸਲਿਮ ਨਾਮ ਹੈ, ਉਹ ਇਹਦੇ ਮੂੰਹ ਨਿਕਲਣ ਲੱਗਿਆ ਫਾਸੀਆਂ ਦਾ ਮੂੰਹ 'ਚ। ਇਹ ਵੀ ਤੇਰੀ ਗੱਲ ਸਿਆਣੀ, ਕਿਉਂਕਿ ਬਹੁਤਾ ਪੜ੍ਹਿਆ ਲਿਖਿਆ ਨਹੀਂ ਨਾ, ਉਹ ਫਿਰ ਉਹ ਸਿਰਫ 2-4 ਨਾਂ ਲੈ ਸਕਦਾ, ਰਾਮੂ ਸ਼ਾਮੂ।
ਪਰ ਇਹ ਗੱਲ ਹੈ ਵੀ ਜਿਹੜੇ ਸਾਡੇ ਆਪਦੇ ਗੁਆਂਢੀ ਨੇ ਔਰ ਜਿਹੜੇ ਸਾਡੇ ਲੋਕ ਨੇ ਉਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਕਿ ਬਠਿੰਡਾ ਟੂ ਬਰੈਂਪਟਨ ਸਾਡਾ ਨਾ ਸਬਸਕ੍ਰਾਈਬ ਕਰ ਲਓ। ਬਿਲਕੁਲ ਜੀ, ਇਸ ਪ੍ਰੋਗਰਾਮ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ ਤੇ ਤਾਂ ਜੋ ਅਸੀਂ ਵਧੀਆ ਵਧੀਆ ਚੀਜ਼ਾਂ ਲਿਆ ਕੇ ਆ ਸਕੀਏ। ਜਿਵੇਂ ਕਿ ਇੱਕ ਤੁਹਾਨੂੰ ਆਹ ਖਬਰ ਦੇ ਦਿੰਨੇ ਆ ਕੈਲਡਨ ਦੀ, ਇੱਕ ਆਪਣਾ ਮੁੰਡਾ ਆਲਮਜੀਤ ਸਿੰਘ ਸੰਧੂ, ਹਾਂ ਉਹਦੇ ਕੋਲ ਨਾ ਤਾਂ ਲਾਇਸੈਂਸ ਸੀਗਾ ਹਾਂ ਤੇ ਫੁੱਲ ਸ਼ਰਾਬੀ ਸੀਗਾ, ਅੱਛਾ ਤੇ ਆ ਪੁਲਿਸ ਨੇ ਫੜਿਆ ਕੈਲਡਨ ਵਿੱਚ। ਤੇ ਉਹ ਕਹਿੰਦਾ ਹੁਣ ਜਦ ਲਾਇਸੈਂਸ ਹੈ ਨਹੀਂ ਮੇਰਾ ਕਿਹੜਾ ਕੈਨਸਲ ਕਰ ਦੇਣ ਲੱਗਿਆ। ਹੁਣ ਕੈਂਸਲ ਨਾ ਕਰਨਗੇ, ਚੱਕ ਕੇ ਇੰਡੀਆ ਤਾਂ ਵਾਪਸ ਜ਼ਰੂਰ ਭੇਜਣਗੇ ਨਾ। ਜਿਹੜੇ ਵੈਸੇ ਇਮੀਗ੍ਰੈਂਟ ਨੇ, ਇਮੀਗ੍ਰੇਸ਼ਨ ਮਿਲਣ ਦੀ ਬੜੀ ਫਿਰ ਮੁਸ਼ਕਲ ਹੁੰਦੀ ਹੈ, ਕ੍ਰਿਮੀਨਲ ਚਾਰਜਸ ਜਾ ਕੇ ਇੱਕ ਵਾਰੀ ਜਿੰਨੇ ਵੀ ਨਿਆਣੇ ਆਏ ਹੋ ਨਾ ਇੰਡੀਆ ਤੋਂ ਇੱਥੇ ਪੜ੍ਹਨ, ਮਿੱਤਰੋ ਇੱਕ ਵਾਰੀ ਚਾਰਜ ਲੱਗ ਗਿਆ ਤੁਹਾਡੇ ਤੇ ਮੁੜ ਕੇ ਤੁਹਾਨੂੰ ਇਮੀਗ੍ਰੇਸ਼ਨ ਨਹੀਂ ਮਿਲਣੀ 20-20 ਸਾਲ ਤੱਕ। ਔਰ ਜਿਹੜੇ ਪੀਆਰ ਨੇ ਜਾਂ ਜਿਹੜੇ ਪੀਆਰ ਨਹੀਂ ਗਏ ਹਲੇ ਉਹ ਡਿਪੋਰਟ ਹੋ ਜਾਂਦੇ ਆ ਜਦੋਂ ਤੁਹਾਡੇ ਤੇ ਚਾਰजेस ਲੱਗ ਜਾਂਦੇ ਨੇ। ਔਰ ਇਸ ਸੀਰੀਅਸ ਅਫੈਂਸ ਉਹਦੇ ਵਿੱਚ ਤੁਸੀਂ ਕਨਵਿਕਟਡ ਹੋ ਜਾਂਦੇ ਹੋ ਤੇ ਫਿਰ ਬੜੀ ਮੁਸ਼ਕਲ ਹੁੰਦੀ ਹੈ। ਤੇ ਦੇਖ ਲਓ ਜ਼ਿੰਦਗੀ ਜਿਹੜੀ ਇੰਡੀਆ ਦੇ ਵਿੱਚ ਬੜੀ ਮੁਸ਼ਕਲ ਹੈ। ਔਰ ਜਿਹੜੇ ਲੋਕ ਕੈਨੇਡਾ ਆਉਣਾ ਚਾਹੁੰਦੇ ਤੇ ਦੱਸ ਦਈਏ ਕਿ 9 ਸਤੰਬਰ ਤੋਂ ਜਿਹੜੀਆਂ ਫਲਾਈਟਸ ਨੇ ਕੈਨੇਡਾ ਤੋਂ, ਕੈਨੇਡਾ 'ਚ ਬਾਹਰੋਂ ਬੰਦੇ ਆ ਸਕਦੇ ਤੇ ਪਰ ਜਿਹੜੇ ਹਾਲੇ ਕੈਨੇਡੀਅਨ ਨੇ ਜਾਂ ਸਟੂਡੈਂਟ ਨੇ ਉਹਨਾਂ ਨੇ ਕੈਨੇਡਾ ਆਉਣਾ ਆ ਤੇ ਫਿਰ ਉਹ ਹਾਲੇ ਨਾ ਐਂਡ ਆਫ ਅਗਸਤ ਤੱਕ ਇੰਡੀਆ ਤੋਂ ਡਾਇਰੈਕਟ ਹੋਣੇ ਬੰਦ ਨੇ। ਬਿਲਕੁਲ, ਰਸਤੇ ਵਿੱਚ ਕਿਤੇ ਰੋਕ ਕੇ ਉੱਥੋਂ ਆਪਣਾ ਕਰਾ ਕੇ ਆਓ। ਤੇ ਭਾਈ ਜਦੋਂ ਕੈਨੇਡਾ ਆਉਂਦੇ ਹੋ ਇੱਥੇ ਦੇ ਕਾਨੂੰਨ ਦਾ ਸਤਿਕਾਰ ਕਰੋ, ਕਾਨੂੰਨ ਦਾ ਸਤਿਕਾਰ ਕਰੋ, ਰੱਬ ਤੁਹਾਡਾ ਭਲਾ ਕਰੇ। ਨਹੀਂ ਤਾਂ ਇੱਥੇ ਆਉਣ ਦੀ ਕੀ ਲੋੜ ਆ, ਫਿਰ ਉੱਥੇ ਕਰੀ ਜਾਓ ਜੋ ਬੈਠੇ ਕਰੀ ਜਾਂਦੇ ਆ ਤੁਸੀਂ ਆਪਣੇ ਪਿੰਡ 'ਚ। ਨਹੀਂ, ਉੱਥੇ ਵੀ ਕਾਨੂੰਨ ਦਾ ਸਤਿਕਾਰ ਕਰੋ ਕਿਉਂਕਿ ਕਾਨੂੰਨ ਜਿਹੜੇ ਸਾਡੀ ਸੇਫਟੀ ਵਾਸਤੇ ਬਣਦੇ ਆ। ਬਿਲਕੁਲ ਸੇਫਟੀ ਸਾਡੀ ਇਸ ਕੰਮ ਵਿੱਚ ਜੇ ਠੂਣੀਆਂ ਰਾਂ ਜੀ ਹਮੇਸ਼ਾ ਕਹਿੰਦੇ ਆ ਵੀ ਪਲਾਸਟਿਕ ਦੇ ਝੋਲੇ ਨਾ ਵਰਤੋ, ਪਲਾਸਟਿਕ ਦੀਆਂ ਚੀਜ਼ਾਂ ਨਾ ਵਰਤੋ, ਚਮਚੇ ਨਾ ਵਰਤੋ, ਪਲੇਟਾਂ ਨਾ ਵਰਤੋ, ਗਲਾਸ ਨਾ ਵਰਤੋ। ਇਹ ਸਮੁੰਦਰ ਸਾਰਾ ਪਲਾਸਟਿਕ ਨਾਲ ਭਰ ਗਿਆ ਤੇ ਬਹੁਤ ਇਹ ਚਿੰਤਾਜਨਕ ਚੀਜ਼ਾਂ ਨੇ, ਇਹਨਾਂ ਬਾਰੇ ਗੌਰ ਕਰੋ ਤੇ ਦਰਖਤ ਲਾਓ ਵੱਧ ਤੋਂ ਵੱਧ ਤੇ ਚਾਲਾਂ ਤੋਂ ਬਚੋ ਗੌਰਮੈਂਟ ਦੀਆਂ ਤੋਂ। ਭਾਈ ਪੰਜਾਬੀ ਬੋਲੋ, ਪੰਜਾਬੀ ਬੋਲੋ, ਘਰਾਂ 'ਚ ਨਿਆਣਿਆਂ ਨੂੰ ਪੰਜਾਬੀ ਪੜ੍ਹਾਓ। ਘੱਟੋ ਘੱਟ ਪੰਜਾਬ ਦੇ ਸਕੂਲਾਂ 'ਚ ਤਾਂ ਊੜਾ ਐੜਾ ਹੋਵੇ, ਉੱਥੇ ਵੀ ਮੁੱਕੀ ਜਾਂਦਾ ਆ ਹੁਣ। ਬਿਲਕੁਲ ਜੀ, ਵੱਧ ਤੋਂ ਵੱਧ ਪ੍ਰਾਈਵੇਟ ਸਕੂਲ ਪੜ੍ਹਾਉਂਦੇ ਨਹੀਂ ਪੰਜਾਬੀ। ਅੱਛਾ, ਹੱਦ ਹੋ ਗਈ, ਤਾਂ ਪੜ੍ਹਾਉਂਦੇ ਹੈਗੇ ਉਹ। ਤੁਸੀਂ ਇੰਨੀਆਂ ਫੀਸਾਂ ਦਿੰਨੇ ਆ ਪ੍ਰਾਈਵੇਟ ਸਕੂਲਾਂ 'ਚ, ਲੱਖ 2-2 ਲੱਖ ਰੁਪਈਆ ਸਾਲ ਦਾ ਨਿਆਣੇ ਦਾ ਦਿੰਨੇ ਆ। ਜੇ ਉਹ ਪੰਜਾਬੀ ਨਹੀਂ ਪੜ੍ਹਾਉਂਦੇ ਤਾਂ ਕੀ ਫਾਇਦਾ ਪੰਜਾਬੀ ਦਾ ਫਿਰ। ਔਰ ਸਾਡੇ ਪਿੰਡ 'ਚ ਅੰਗਰੇਜ਼ੀ ਵਾਲੇ ਪੜ੍ਹਾਉਂਦੇ ਸੀ, ਉਹ ਕਹਿੰਦੇ ਬਫਾਲੋ। ਮੈਂ ਬਫਾਲੋ ਕੀ ਹੁੰਦੀ? ਕਹਿੰਦੇ ਮੱਝ। ਮੈਂ ਤਾਂ ਬਫਲੂ ਸੁਣਿਆ ਸੀ। ਉਹ ਸਰਕਾਰੀ ਸਕੂਲ ਵਾਲਾ ਹੋਣਾ। ਨਹੀਂ, ਪ੍ਰਾਈਵੇਟ ਸਕੂਲ ਵਾਲੇ ਜਿਹੜੇ ਪਿੰਡਾਂ 'ਚ ਖੁੱਲੇ ਨੇ। ਪ੍ਰਾਈਵੇਟ ਸਕੂਲ ਵਾਲੇ ਮਾਸਟਰ ਨੂੰ ਜਦੋਂ ਦੇਣਾ ਤੁਸੀਂ 500-700 ਰੁਪਈਆ ਮਹੀਨੇ ਦਾ, ਤਾਂ ਏਦਾਂ ਦੀ ਗੱਲਬਾਤ ਹੋਣੀ ਹੈ। ਬਫਾਲੋ ਹੀ ਪੜੋਗੇ। ਤੇ ਲਓ ਜੀ, ਛੁੱਟੀ ਲਈਏ, ਸਮਾਂ ਹੋ ਗਿਆ ਜਾਣ ਦਾ। ਚੈਨਲ ਨੂੰ ਸਬਸਕ੍ਰਾਈਬ ਕਰੋ, ਫਾਰਵਰਡ ਕਰੋ ਇਹਨੂੰ ਗਾਹਾਂ ਤੋਂ ਗਾਹਾਂ ਆਪਣੇ WhatsApp ਤੇ ਜਾਂ ਹੋਰ ਜਿੰਨੇ ਵੀ ਹੈਗੇ ਆ, ਤੇ ਕਾਮਯਾਬ ਕਰੋ। ਤੇ ਤੁਹਾਡੇ ਲਈ ਅਸੀਂ ਵੇਖੋ ਅਗਲੇ ਹਫਤੇ ਸ਼ਾਇਦ ਕੋਈ ਬੀਬਾ ਗੋਰੀ ਨਾਲ ਬਿਠਾ ਲਈਏ ਇੱਕ ਅੱਧੇ ਸੈਗਮੈਂਟ ਲਈ। ਨਾਲੇ ਹੁਣ ਤਾਂ ਠੁਣੀਆ ਰਾਮ ਡਬਲ ਡੋਜ਼ ਹੋ ਗਏ ਨੇ। ਤੇ ਡਬਲ ਡੋਜ਼ ਹੋ ਗਏ ਤੇ ਹੁਣ 2 ਟੀਕੇ ਲਵਾ ਲਏ ਮੈਂ। ਤੇ ਮੇਰੀ ਗੋਰੀ ਗੁਆਂਢਣ ਕਹਿੰਦੀ ਹੁਣ ਤੂੰ ਜੱਫੀ ਪਾ ਕੇ ਮਿਲ ਸਕਦਾ ਹੈ। ਮੈਂ ਬਖਸ਼ ਦੇ ਮੈਨੂੰ ਕੀ ਬਾਤ। ਪਰ ਇੱਕ ਗੱਲ ਆ, ਗੋਰਿਆਂ ਦੀ ਜੱਫੀ ਬੜੀ ਸਾਫ ਸੁਥਰੇ ਦਿਲ ਵਾਲੀ ਹੁੰਦੀ ਆ, ਇਹ ਇੰਡੀਆ ਵਾਲੀ ਨਹੀਂ। ਤੇ ਉਧਰੋਂ ਜੱਫੀ ਪਾਓ ਤਾਂ ਪਿੱਛੇ ਚੁੰਡੀ ਵੱਢ ਦਿਓ। ਪਤਾ ਤੁਹਾਨੂੰ ਸਭ ਹੈ। ਮੈਂ ਕਿਹੜਾ ਨਿਆਣਾ ਸੀਗਾ। ਦਿਓ ਛੁੱਟੀ ਜੀ, ਸਤਿ ਸ੍ਰੀ ਅਕਾਲ ਜੀ।